करा सर स्टार्ट? हाँ जी करो मैडम। हेलो। हाँ जी मैडम करो जी स्टार्ट। हेलो। ਵੈਲਕਮ ਟੂ ਆਲ ਐਂਡ ਗੁੱਡ ਮਾਰਨਿੰਗ। ਮੈਂ ਦਲਜੀਤ ਕੌਰ ਆਪਣੇ ਅੱਜ ਦੇ ਸੈਸ਼ਨ ਵਿੱਚ ਜੋ ਪੰਜਾਬੀ ਚੈਨਲ ਚੱਲ ਰਿਹਾ ਤੁਹਾਡਾ ਉਹਦੇ ਵਿੱਚ ਵੈਲਕਮ ਕਰਦੀ ਹਾਂ ਸਾਰਿਆਂ ਦਾ। ਮੈਂ ਸਰਫੇਸ ਆਰਨਾਮੈਂਟੇਸ਼ਨ ਦੀ ਇੰਸਟ੍ਰਕਟਰ ਗਵਰਨਮੈਂਟ ITI ਵੂਮਨ ਤੋਂ ਬੋਲ ਰਹੀ ਹਾਂ। ਜੋ ਮੇਰਾ ਅੱਜ ਦਾ ਟੌਪਿਕ ਹੈ ਤੁਹਾਡੇ ਲਈ ਹੈਗਾ ਉਹ ਹੈਗਾ ਸਾੜੀ, ਹੈ ਨਾ। ਜਿਵੇਂ ਕਿ ਲੇਡੀਜ਼ ਜੋ ਹੁੰਦੀਆਂ ਫੈਸ਼ਨ ਲਈ ਬਹੁਤ ਜ਼ਿਆਦਾ एक्साइटेड ਹੁੰਦੀਆਂ और वो हर टाइम लेटेस्ट कुछ और ट्रेडिशनली कुछ और अलग कुछ ਪਾਉਣਾ ਚਾਹੁੰਦੀਆਂ ਹੈ। ਉਹਨਾਂ ਦਾ ਸੁਭਾਅ ਹੀ ਹੁੰਦਾ ਹੈ ਨਾ, ਜੋ ਚੀਜ਼ ਇੱਕ ਵਾਰ ਅਸੀਂ ਪਾ ਲੈਂਦੇ ਹਾਂ ਉਹਨੂੰ ਦੁਬਾਰਾ ਪਾਣਾ ਨਹੀਂ ਚਾਹੁੰਦੇ। ਤਾਂ ਅੱਜ ਦਾ ਜੋ ਟੌਪਿਕ ਹੈਗਾ ਉਹ ਹੈਗਾ ਟਾਈਪਸ ਆਫ ਸਾੜੀ, ਟ੍ਰੈਡੀਸ਼ਨ ਵੀ ਕਿਹੜਾ ਟ੍ਰੈਡੀਸ਼ਨ ਕਿੱਥੇ ਦਾ ਹੈਗਾ ਹੈ ਔਰ ਕਾਦੇ ਲਈ ਫੇਮਸ ਹੈ ਉਹ ਔਰ ਕਿਉਂ ਜਾਣਿਆ ਜਾਂਦਾ ਹੈ। ਤਾਂ ਜੋ ਫੈਸ਼ਨ ਦੇ ਟ੍ਰੈਂਡ ਵਿੱਚ ਆਪਣੇ ਆਪ ਨੂੰ ਅੱਗੇ ਕਰਨਾ ਚਾਹੁੰਦੀਆਂ ਨੇ, ਅੱਜ ਦਾ ਟੌਪਿਕ ਉਹਨਾਂ ਲਈ ਹੀ ਬਹੁਤ ਜ਼ਿਆਦਾ ਵਧੀਆ ਹੈ। ਹੁਣ ਟ੍ਰੈਡੀਸ਼ਨ ਕੀ ਹੈਗੀ, ਸਾੜੀਆਂ ਦੀ ਰਿਵਾਇਤ ਕੀ ਹੈਗੀ ਹੈ ਨਾ। ਹੁਣ ਸਾੜੀਆਂ ਆਪਣੇ ਦੇਸ਼ ਦਾ ਐਸਾ ਟ੍ਰੈਡੀਸ਼ਨ ਹੈ ਜੋ ਕਿ ਜਦੋਂ ਕੋਈ ਤਿਉਹਾਰ ਹੁੰਦਾ ਹੈ ਨਾ, ਜਦੋਂ ਅਸੀਂ ਕੋਈ ਤਿਉਹਾਰ ਸੈਲੀਬ੍ਰੇਟ ਕਰਦੇ ਹਾਂ ਤਾਂ ਸਾੜੀਆਂ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ ਉਹਦੇ ਵਿੱਚ, ਹੈ ਨਾ। ਔਰ ਇਹ ਸਾਡਾ ਟ੍ਰੈਡੀਸ਼ਨ ਹੈ ਕਿਉਂਕਿ ਅਸੀਂ ਕੀ ਹੈ ਕੁਝ ਅਲੱਗ ਕੁਝ ਨਿਊ ਹਮੇਸ਼ਾ ਹੀ ਪਾਣਾ ਚਾਹੁੰਦੇ ਹਾਂ, ਹੈ ਨਾ। ਔਰ ਇਹ ਜੋ ਸਾਨੂੰ ਮਿਲਦੀ ਹੈ ਸਾੜੀਆਂ ਸਿਰਫ ਇੱਕ ਲਪੇਟਣ ਲਈ ਨਹੀਂ ਹੁੰਦੀਆਂ, ਹੈ ਨਾ। ਆਪਾਂ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੇਰੀਏਸ਼ਨਸ ਕਰਦੇ ਹਾਂ, ਹੈ ਨਾ। ਕਦੇ ਕਿਸ ਸਟਾਈਲ 'ਚ ਸਾੜੀ ਵੇਅਰ ਕਰਦੇ ਹਾਂ, ਕਦੇ ਕਿਸ ਸਟਾਈਲ 'ਚ, ਮਤਲਬ ਕਿ ਸਾੜੀ ਨੂੰ ਸਿਰਫ ਲਪੇਟਣ ਲਈ ਨਹੀਂ, ਇੱਕ ਟ੍ਰੈਂਡੀ ਤੌਰ ਤੇ ਵਰਤਿਆ ਜਾਂਦਾ ਹੈ। ਟ੍ਰੈਡੀਸ਼ਨ ਆ ਉਹ ਸਾਡਾ, ਔਰ ਇਹ ਕਿਹਨਾਂ ਤੋਂ ਮਿਲਦਾ, ਮਾਵਾਂ ਤੋਂ ਮਿਲਦਾ ਹੈ। ਕਿਉਂਕਿ ਜਿਸ ਘਰਾਂ ਵਿੱਚ ਜੋ ਮਾਵਾਂ ਸਾੜੀ ਬੰਨਦੀਆਂ ਨੇ ਗਾਂ ਆਪਣੀਆਂ ਬੇਟੀਆਂ ਨੂੰ, ਉਹਨਾਂ ਦੀ ਬੇਟੀਆਂ ਨੂੰ ਵੀ ਇਹ ਸ਼ੌਂਕ ਹੁੰਦਾ ਕਿ ਮੇਰੀ ਮੰਮੀ ਸਾੜੀ ਬੰਨਦੀ ਆ ਔਰ ਉਹ ਵੀ ਉਹੀ ਸ਼ੌਂਕ ਪੈਦਾ ਰੱਖਦੀ ਹੈ ਨਾ। ਸਾਨੂੰ ਸਾਡੇ ਮਾਵਾਂ ਤੋਂ ਮਿਲ ਜਾਂਦਾ ਇਹ। ਅਗਰ ਘਰ ਵਿੱਚ ਬਹੂ ਆਂਦੀ ਹੈ ਤਾਂ ਬਹੂ ਵੀ ਦੇਖ ਕੇ ਸਾੜੀ ਟ੍ਰੈਂਡ ਅਪਣਾਉਣਾ ਸ਼ੁਰੂ ਕਰ ਦਿੰਦੀ ਹੈ। ਹੁਣ ਸਾੜੀ ਜੋ ਹੈਗੀਆਂ ਕਈ ਕੈਜੂਅਲੀ ਵੀ ਪਾਉਂਦੇ ਆ, ਹੁਣ ਜਿਨ੍ਹਾਂ ਨੂੰ ਸਾੜੀ ਪਾਉਣ ਦਾ ਸ਼ੌਂਕ ਹੈ ਉਹ ਕੈਜੂਅਲੀ ਵੀ ਪਾਉਂਦੇ ਆ, ਹੈ ਨਾ। ਔਰ ਕੈਜੂਅਲੀ ਵੀ ਵੀਅਰ ਕਰਦੇ ਆ, ਕਈ ਉਹਨੂੰ ਪਾਰਟੀ ਦੇ ਤੌਰ ਤੇ ਵੀਅਰ ਕਰਦੇ ਆ। ਯਾਨੀ ਕਿ ਸਾਡੀ ਇੱਕ ਰਿਵਾਜ ਚੱਲੀ ਆ ਰਹੀ ਹੈ ਪੁਰਾਣੇ ਸਮੇਂ ਤੋਂ ਹੀ ਸਾੜੀ ਦੀ, ਜਿਹਨੂੰ ਕਿ ਬੰਨਣਾ ਹੀ ਨਹੀਂ ਜ਼ਰੂਰੀ ਹੁੰਦਾ, ਪ੍ਰਦਰਸ਼ਿਤ ਵੀ ਕੀਤਾ ਜਾਂਦਾ ਹੈ ਨਾ। ਉਸ ਤੋਂ ਬਾਅਦ ਹੈਗਾ ਸਾੜੀਆਂ ਕੀ ਹੈ, 9 ਗਜ ਦੀ ਸਾੜੀ ਜਿਹੜੀ ਫੇਮਸ ਹੈ ਨਾਨਿਆੜ ਤੋਂ, ਯਾਨੀ ਕਿ 9 ਗਜ ਦੀ ਸਾੜੀ ਬੋਲਦੇ ਆ ਜਿਸ ਨੂੰ, ਠੀਕ ਹੈ। ਔਰ ਇਹ ਕੀ ਹੈਗੀ ਹੈ, ਖੂਬਸੂਰਤ ਬਣਾਉਂਦੀ ਹੈ ਸਾਨੂੰ ਹਮੇਸ਼ਾ। ਜਦੋਂ ਅਸੀਂ ਹੁਣ ਤਕਰੀਬਨ ਜਦੋਂ ਪਾਰਟੀ ਵੇਅਰ ਫੰਕਸ਼ਨਸ ਹੁੰਦੇ ਨੇ ਜਾਂ ਕੋਈ ਖਾਸ ਫੰਕਸ਼ਨਸ ਹੁੰਦੇ ਨੇ ਜਾਂ ਕੋਈ ਖਾਸ ਤਿਉਹਾਰ ਹੁੰਦਾ ਹੈ ਤਾਂ ਅਸੀਂ ਕੀ ਕਰਦੇ ਹਾਂ, ਸਾੜੀਆਂ ਵੇਅਰ ਕਰਦੇ ਆ, ਹੈ ਨਾ। ਹਮੇਸ਼ਾ ਅਸੀਂ ਸਾੜੀ ਨੂੰ ਪਾਉਣਾ ਪਸੰਦ ਕਰਦੇ ਆ। ਇੱਕ ਲੁੱਕ ਅਲੱਗ ਹੋ ਜਾਂਦੀ ਹੈ, ਇੱਕ ਟ੍ਰੈਡੀਸ਼ਨਲੀ, ਹੈ ਨਾ। ਉਦਾਂ ਵੀ ਸਾੜੀ ਪਾਉਣੀ ਸੋਹਣੀ ਲੱਗਦੀ ਹੈ। ਔਰ ਕੀ ਹੈ ਇਹ, ਇਹਦੇ ਨਾਲ ਸਾਡੀ ਇੱਕ ਫੀਲਿੰਗਸ ਅਟੈਚ ਹੁੰਦੀਆਂ ਨੇ, ਹੈ ਨਾ, ਸਾੜੀ ਦੇ ਨਾਲ। ਹੁਣ ਕਈ ਸਾਊਥ ਵਾਲੀ ਸਾਈਡ ਅਸੀਂ ਜਾਈਏ ਤਾਂ ਸਾਊਥ ਵਾਲੀ ਸਾਈਡ ਤਕਰੀਬਨ ਔਰਤਾਂ ਜੋ ਹੈ ਸਾੜੀ ਵੀਅਰ ਕਰਦੀਆਂ ਨੇ, ਠੀਕ ਹੈ। ਉਹ ਪੰਜਾਬ ਆ, ਪੰਜਾਬ 'ਚ ਜ਼ਿਆਦਾ ਸੂਟ ਪਾਏ ਜਾਂਦੇ ਨੇ, ਬਟ ਅਗਰ ਜਿੰਨਾ ਜਿੰਨਾ ਅਸੀਂ ਸਾਊਥ ਵੱਲ ਨੂੰ ਜਾਈਏ ਉਹਨਾਂ ਸਾੜੀਆਂ ਦਾ ਟ੍ਰੈਂਡ ਔਰ ਟ੍ਰੈਡੀਸ਼ਨ ਵਧਦਾ ਹੀ ਜਾਂਦਾ ਹੈ ਨਾ। ਉੱਧਰ ਸਾਨੂੰ ਬਹੁਤ ਜ਼ਿਆਦਾ ਵੈਰਾਈਟੀਜ਼ ਔਰ ਸਾੜੀਆਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਉਹਨਾਂ ਦਾ ਪਹਿਰਾਵਾ ਇਹ, ਹੈ ਨਾ। ਔਰ ਇਹ ਕਈ ਤਰ੍ਹਾਂ ਨਾਲ ਹੁੰਦੀਆਂ ਨੇ, ਕਈ ਟਾਈਪਸ ਦੀਆਂ ਹੁੰਦੀਆਂ ਨੇ, ਸਿਲਕ ਵਿੱਚ ਹੁੰਦੀਆਂ ਨੇ, ਕਾਟਨ ਵਿੱਚ ਹੁੰਦੀਆਂ ਨੇ, ਹੈ ਨਾ। ਮਤਲਬ ਕਿ ਕਿਸੇ ਵੀ ਪ੍ਰਿੰਟਡ ਹੁੰਦੀਆਂ ਨੇ, ਟਾਈ ਐਂਡ ਡਾਈ ਹੁੰਦੀਆਂ ਨੇ। ਅੱਜ ਮੈਂ ਸਾਰੇ ਤਰ੍ਹਾਂ ਦੇ ਇੱਥੇ ਮੈਥਡ ਦੱਸੂਗੀ ਔਰ ਟ੍ਰੈਡੀਸ਼ਨ ਦੱਸੂਗੀ ਕਿ ਕਿੱਥੇ ਦਾ ਕਿਹੜਾ ਟ੍ਰੈਡੀਸ਼ਨ ਹੈ। ਸਭ ਤੋਂ ਪਹਿਲਾਂ ਆ ਜਾਂਦੀ ਹੈ ਤਾਂਤ ਫਰੋਮ ਵੈਸਟ ਬੰਗਾਲ। ਹੁਣ ਵੈਸਟ ਬੰਗਾਲ ਦੀ ਜੋ ਸਾੜੀ ਆ ਉਹ ਤਾਂਤ ਹੈ, ਤਾਂਤ ਦੇ ਨਾਲ ਫੇਮਸ, ਹੈ ਨਾ। ਔਰ ਇਹ ਕੀ ਹੈ, ਬੰਗਾਲ ਦੀਆਂ ਔਰਤਾਂ ਬਹੁਤ ਪਹਿਨਦੀਆਂ ਇਸ ਸਾੜੀ ਨੂੰ, ਹੈ ਨਾ। ਬੰਗਾਲ ਦੀਆਂ ਔਰਤਾਂ ਜ਼ਿਆਦਾਤਰ ਤਾਂਤ ਸਾੜੀ ਪਾਉਂਦੀਆਂ ਨੇ। ਔਰ ਕਿਸ ਤਰ੍ਹਾਂ ਦੀ ਹੁੰਦੀ ਹੈ, ਸੂਤੀ ਸਾੜੀ ਹੁੰਦੀ ਹੈ ਇਹ,
ਤਾਂਤ ਦੀ ਜਿੰਨੀ ਵੀ ਸਾੜੀਆਂ ਹੋਣਗੀਆਂ ਸੂਤੀ ਸਾੜੀਆਂ ਹੋਣਗੀਆਂ ਵੈਸਟ ਬੰਗਾਲ, ਕਿਉਂਕਿ ਉਧਰਲਾ ਥੋੜਾ ਇਲਾਕਾ ਜੋ ਹੁੰਦਾ ਥੋੜਾ ਗਰਮੀ ਟਾਈਪ ਹੁੰਦਾ ਹੈ ਨਾ, ਗਰਮ ਐਟਮੋਸਫੇਅਰ ਹੁੰਦਾ ਤੇ ਉੱਥੇ ਜ਼ਿਆਦਾਤਰ ਸੂਤੀ ਸਾੜੀਆਂ ਚਲਦੀਆਂ ਨੇ। ਕਾਲੀ ਪੂਜਾ, ਦੀਵਾਲੀ, ਦੁਰਗਾ ਪੂਜਾ ਆਦਿ ਕੁਝ ਅਜਿਹੇ ਅਵਸਰ ਹੁੰਦੇ ਨੇ ਜਿੱਥੇ ਤੁਸੀਂ ਇਹਨਾਂ ਸਾੜੀਆਂ ਨੂੰ ਪਾ ਸਕਦੇ ਹੋ। ਹੁਣ ਉਧਰਲੀ ਸਾਈਡ ਕਾਲੀ ਪੂਜਾ ਵੀ ਬਹੁਤ ਹੁੰਦੀ ਹੈ, ਦੁਰਗਾ ਪੂਜਾ ਬਹੁਤ ਹੁੰਦੀ ਹੈ, ਔਰ ਇਹ ਜੋ ਪੂਜਾਵਾਂ ਹੁੰਦੀਆਂ ਨੇ ਸਪੈਸ਼ਲ ਫੰਕਸ਼ਨਸ ਹੁੰਦੇ ਨੇ, ਇਹਦੇ ਵਿੱਚ ਵੈਸਟ ਬੰਗਾਲ ਦੀਆਂ ਔਰਤਾਂ ਤਾਂਤ ਸਾੜੀ ਪਾਉਂਦੀਆਂ ਨੇ। ਠੀਕ ਹੈ, ਹੁਣ ਤਾਂਤ ਜਿਹੜੀ ਸਾੜੀ ਹੈ ਉਹ ਵੀ 5 ਤਰ੍ਹਾਂ ਦੇ ਵਿੱਚ ਸਾਨੂੰ ਮਿਲ ਜਾਂਦੀ ਹੈ, ਜਿਹੜੀ ਕਿ ਪਹਿਲੀ ਹੈਗੀ ਹੈ ਫੁੱਲੀਆਂ ਐਂਡ ਸ਼ਾਂਤੀਪੁਰ, ਧਨੀਆਖਲੀ, ਬੇਗਮਪੁਰ, ਕਾਲਨਾ ਤੇ ਅਤਪੁਰ। ਇਹ 5 ਤਰ੍ਹਾਂ ਦੇ ਜੋ ਸਾੜੀਆਂ ਦੇ ਅੱਗੇ ਟਾਈਪਸ ਸਾਨੂੰ ਤਾਂਤ ਵਿੱਚ ਮਿਲ ਜਾਂਦੀਆਂ ਨੇ ਵੈਸਟ ਬੰਗਾਲ ਦੀਆਂ। ਹੁਣ ਇਹ ਕਿਹੜੀਆਂ ਸਾੜੀਆਂ ਨੇ ਉਹ ਮੈਂ ਤੁਹਾਨੂੰ ਦੱਸਦੀ ਹਾਂ। ਸਭ ਤੋਂ ਪਹਿਲਾਂ ਹੈਗਾ ਫੁੱਲੀਆਂ ਐਂਡ ਸ਼ਾਂਤੀਪੁਰ। ਇਹ ਜਿਹੜੀ ਸਾੜੀ ਹੈ ਸਾਨੂੰ, ਇਹ ਫੁੱਲੀਆ ਟੈਂਗਲ ਦੀ ਸਾੜੀ ਹੈ, ਮਤਲਬ ਕਿ ਉੱਥੇ ਦੇ ਫੁੱਲੀਆ ਦੇ ਜੋ ਲੋਕ ਹੈਗੇ ਆ ਸ਼ਾਂਤੀਪੁਰ ਜੁਲਾਹੇ, ਉਹ ਜਿਹੜੇ ਆ ਉਹ ਇਸ ਸਾੜੀ ਨੂੰ ਬਣਾਉਂਦੇ ਆ, ਤਾਂ ਹੀ ਕਰਕੇ ਇਹਦਾ ਨਾਮ ਪਿਆ ਫੁੱਲੀਆਂ ਐਂਡ ਸ਼ਾਂਤੀਪੁਰ। ਠੀਕ ਹੈ, ਔਰ ਇਹ ਕਾਫੀ ਵਧੀਆ ਕੁਆਲਿਟੀ ਦੀਆਂ ਸਾੜੀਆਂ ਹੁੰਦੀਆਂ ਨੇ ਔਰ ਟੈਕਸਟ ਵਿੱਚ ਬਹੁਤ ਨਰਮ ਹੁੰਦੀਆਂ ਨੇ। ਇਹਨਾਂ ਦਾ ਟੈਕਸਚਰ ਕੀ ਹੁੰਦਾ ਹੈ, ਜਦੋਂ ਆਪਾਂ ਟੱਚ ਕਰਦੇ ਹਾਂ ਟੈਕਸਚਰ ਇਹਨਾਂ ਦਾ ਨਰਮ ਹੁੰਦਾ ਹੈ ਨਾ। ਔਰ ਇਹ ਮਤਲਬ ਕਿ ਜਿਹੜੀਆਂ ਸਾੜੀਆਂ ਹੁੰਦੀਆਂ ਨੇ ਗਰਮ ਇਲਾਕੇ ਦੇ ਵਿੱਚ ਪਾਈਆਂ ਜਾਂਦੀਆਂ ਨੇ, ਯਾਨੀ ਕਿ ਵੈਸਟ ਬੰਗਾਲ ਦੀ ਤਾਂਤ ਦੀ ਕਿਸਮ ਹੈ ਇਹ ਫੁੱਲੀਆ ਤੇ ਸ਼ਾਂਤੀਪੁਰ। ਉਸ ਤੋਂ ਬਾਅਦ ਨੈਕਸਟ ਆਉਂਦੀ ਹੈ ਧਨੀਆਖਲੀ। ਹੁਣ ਧਨੀਆਖਲੀ ਕੀ ਹੈ? ਇਹ ਤਾਂਤ ਦੀ ਸਾੜੀ ਦੀ ਚੰਗੀ ਕੁਆਲਿਟੀ ਹੈ, ਮੁੱਖ ਤੌਰ ਤੇ ਪੇਸਟਲ ਸ਼ੇਡਾਂ ਵਿੱਚ ਆਉਂਦੀ ਹੈ ਅਤੇ ਧਾਗੇ ਵਾਲੇ ਨਮੂਨੇ ਅਤੇ ਘੱਟ ਰੂਪਾਂ ਵਾਲੇ ਹੁੰਦੇ ਹਨ। ਮਤਲਬ ਕਿ ਪੇਸਟਲ ਸ਼ੇਡਸ ਕਿਹੜੇ ਹੁੰਦੇ ਨੇ? ਜਿਹੜੇ ਬਹੁਤੇ ਚਮਕੀਲੇ ਨਾ ਹੋ ਕੇ ਥੋੜੇ ਡਲ ਟਾਈਪ ਹੁੰਦੇ ਨੇ। ਠੀਕ ਹੈ, ਕਲਰਸ, ਇਹਦੇ ਜੋ ਕਲਰਸ ਆਉਂਦੇ ਨੇ ਹਲਕੇ ਜਿਹੇ ਥੋੜੇ ਲਾਈਟ ਟਾਈਪ ਦੇ ਹੁੰਦੇ ਨੇ, ਪੇਸਟਲ ਹੁੰਦੇ ਨੇ। ਠੀਕ ਹੈ, ਔਰ ਇਹਦੇ ਵਿੱਚ ਜ਼ਿਆਦਾ ਨਮੂਨੇ ਤਾਂ ਨਹੀਂ ਆਉਂਦੇ ਹੈ ਨਾ, ਜ਼ਿਆਦਾ ਡਿਜ਼ਾਈਨਸ ਨਹੀਂ ਹੁੰਦੇ। ਜ਼ਿਆਦਾਤਰ ਇਹਦੇ ਵਿੱਚ ਕੀ ਹੁੰਦੀਆਂ ਨੇ, ਧਾਰੀਆਂ ਹੁੰਦੀਆਂ ਨੇ। ਦੇਖੋ ਤੁਹਾਡੇ ਕੋਲ ਧਨੀਆਖਲੀ ਦੀ ਪਿਕਚਰ ਵੀ ਦਿਖ ਰਹੀ ਹੈ, ਜਿਹਦੇ ਉੱਪਰ ਸਾੜੀ ਦੇ ਉੱਪਰ ਕੀ ਹੈ, ਲਾਈਨਾਂ ਪਈਆਂ ਹੋਈਆਂ ਨੇ, ਯਾਨੀ ਕਿ ਲਾਈਨਸ ਵਾਲੀਆਂ ਸਾੜੀਆਂ ਹੁੰਦੀਆਂ ਨੇ ਇਹ ਧਨੀਆਖਲੀ, ਔਰ ਇਹ ਵੈਸਟ ਬੰਗਾਲ ਦੀ ਤਾਂਤ ਹੈ। ਉਸ ਤੋਂ ਬਾਅਦ ਹੈ ਬੇਗਮਪੁਰ। ਹੁਣ ਬੇਗਮਪੁਰ ਕੀ ਸਾੜੀ ਹੈਗੀ ਹੈ? ਬੇਗਮਪੁਰ ਜਿਹੜੀ ਹੈ ਉਹ ਢਿੱਲੀ ਬੁਣਾਈ ਵਾਲੀ ਫੈਬਰਿਕ ਹੈ, ਢਿੱਲੀ ਬੁਣਾਈ ਵਾਲੀ ਸਾੜੀ ਹੈ। ਹੁਣ ਇਹਦੇ ਕਲਰ ਡਾਰਕ ਹੁੰਦੇ ਆ, ਬਟ ਇਹ ਥੋੜੀ ਜਿਹੀ ਟ੍ਰਾਂਸਪੈਰੈਂਟ ਟਾਈਪ ਹੁੰਦੀ ਹੈ। ਡਾਰਕ ਕਲਰ ਹੋਣ ਕਰਕੇ ਉਹਦੀ ਜੋ ਟ੍ਰਾਂਸਪੈਰੈਂਸੀ ਹੈ ਉਹ ਜਿਹੜੀ ਥੋੜੀ ਘਟ ਜਾਂਦੀ ਹੈ, ਕਿਉਂਕਿ ਲਾਈਟ ਕਲਰ ਹੁੰਦਾ ਤਾਂ ਉਹਦੇ ਚ ਟ੍ਰਾਂਸਪੈਰੈਂਸੀ ਜੋ ਹੈ ਉਹ ਜ਼ਿਆਦਾ ਝਲਕਦੀ ਹੈ। ਬਟ ਜੋ ਇਹਦੇ ਡਾਰਕ ਕਲਰਸ ਹੁੰਦੇ ਆ ਜਿਹਦੇ ਚ ਉਹਦੀ ਟ੍ਰਾਂਸਪੈਰੈਂਸੀ ਇੰਨੀ ਨਜ਼ਰ ਨਹੀਂ ਆਉਂਦੀ। ਔਰ ਕੀ ਹੈ, ਇਹ ਜਿਹੜੀ ਹੈ ਬੇਗਮਪੁਰ, ਇਹ ਤਾਂਤ ਦੀ ਹੀ ਇੱਕ ਵੈਰਾਈਟੀ ਹੈਗੀ ਹੈ ਜੋ ਕਿ ਸਾਨੂੰ ਵੈਸਟ ਬੰਗਾਲ ਵਿੱਚੋਂ ਮਿਲ ਜਾਂਦੀ ਹੈ। ਉਸ ਤੋਂ ਬਾਅਦ ਹੈਗੀ ਹੈ ਕਾਲਨਾ। ਹੁਣ ਕਾਲਨਾ ਹੈਗੀ ਹੈ ਟੈਂਟਲ ਬੁਣਾਈ ਦੀ, ਟੈਂਗਲ ਸ਼ੈਲੀ ਤੇ ਆਧਾਰਿਤ ਹਨ। ਠੀਕ ਹੈ, ਇਹਦੀ ਜੋ ਬੁਣਾਈ ਹੈ ਟੈਂਟਲ ਹੁੰਦੀ ਹੈ। ਤਾਂਤ ਸਾੜੀ ਇੱਕ ਰਿਵਾਇਤੀ ਬੰਗਾਲੀ ਸਾੜੀ ਸ਼ੈਲੀ ਦੀ ਸਾੜੀ ਹੈ ਜੋ ਬੁਣਾਈ ਦੁਆਰਾ ਬਣਾਈ ਜਾਂਦੀ ਹੈ ਅਤੇ ਰੋਜ਼ਮਰਾ ਦੀ ਵਰਤੋਂ ਲਈ ਹੈ। ਮਤਲਬ ਕਿ ਅਗਰ ਡੇਲੀ ਯੂਜ਼ ਕਰਨਾ ਹੈ ਤੁਸੀਂ ਤਾਂ ਕਾਲਨਾ ਜੋ ਸਾੜੀ ਹੈਗੀ ਹੈ ਬਹੁਤ ਵਧੀਆ ਸਾੜੀ ਆ, ਅਗਰ ਡੇਲੀ ਯੂਜ਼ ਕਰਨਾ। ਹੁਣ ਵੈਸਟ ਬੰਗਾਲ ਦੀਆਂ ਔਰਤਾਂ ਜੋ ਡੇਲੀ ਵੀਅਰ ਸਾੜੀ ਯੂਜ਼ ਕਰਦੀਆਂ ਨੇ ਉਹ ਕੀ ਕਰਦੀਆਂ ਨੇ, ਕਾਲਨਾ ਸਾੜੀ ਜੋ ਹੈ ਯੂਜ਼ ਕਰਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਡਿਜ਼ਾਈਨ ਔਰ ਪ੍ਰਿੰਟਸ ਸਾਨੂੰ ਮਿਲ ਜਾਂਦੇ ਆ। ਔਰ ਇਹ ਗਰਮੀਆਂ ਲਈ, ਕਿਉਂਕਿ ਕਾਟਨ ਦੀਆਂ ਸਾੜੀਆਂ ਨੇ ਔਰ ਇਹ ਤਾਂਤ ਜੋ ਫੈਬਰਿਕ ਹੈਗਾ ਸਾਰਾ ਕਾਟਨ ਵਿੱਚ ਸਾਨੂੰ ਮਿਲ ਜਾਂਦਾ, ਇਹ ਜੋ ਹੈ ਕਾਫੀ ਆਰਾਮਦਾਇਕ ਹੁੰਦਾ। ਹੁਣ ਕਾਟਨ ਤਾਂ ਵੈਸੇ ਹੀ ਆਰਾਮਦਾਇਕ ਹੈ, ਆਪਾਂ ਅਗਰ ਗਰਮੀਆਂ ਲਈ ਕੋਈ ਵੀਅਰ ਲੈਣਾ ਚਾਹੁੰਦੇ ਆ ਤਾਂ ਅਸੀਂ ਕਾਟਨ ਵੀਅਰ ਹੀ ਲੈਂਦੇ ਆ, ਹੈ ਨਾ। ਤਾਂ ਕਾਲਨਾ ਜੋ ਹੈਗੀ ਆ ਉਹ ਸਾਡੀ ਸਾੜੀ ਡੇਲੀ ਵੀਅਰ ਵਾਸਤੇ ਬਿਲਕੁਲ ਪਰਫੈਕਟ ਹੈ। ਉਸ ਤੋਂ ਬਾਅਦ ਹੈ ਅਤਪੁਰ। ਹੁਣ ਅਤਪੁਰ ਦੀ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਸਾੜੀ ਦੀ। ਕਸਬੇ ਹਰ ਰੋਜ਼ ਪਹਿਨਣ ਲਈ ਮੋਟੀਆਂ ਸਾੜੀਆਂ ਤੇ ਧੋਤੀਆਂ ਤਿਆਰ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਜਿਹੜਾ ਅਤਪੁਰ ਹੈਗਾ, ਇਹ ਜਿਹੜੀਆਂ ਸਾੜੀਆਂ ਹੁੰਦੀਆਂ ਨੇ ਮੋਟੀਆਂ ਹੁੰਦੀਆਂ ਨੇ। ਠੀਕ ਹੈ, ਮੋਟੀ ਬੁਣਾਈ ਦੀਆਂ ਸਾੜੀਆਂ ਹੁੰਦੀਆਂ ਨੇ। ਸ਼ਬਦ ਅਟਪੋਰੇ ਦਾ ਅਰਥ ਹੈ ਆਮ ਪਹਿਰਾਵਾ। ਹੁਣ ਅਟਪੋਰੇ ਬੋਲਦੇ ਆ ਜਿਹੜਾ ਆਮ ਵੀਅਰ ਕਰਦੇ ਆ, ਯਾਨੀ ਕਿ ਆਪਾਂ ਪਾਰਟੀ ਵੀਅਰ ਫੰਕਸ਼ਨਸ ਲਈ ਨਹੀਂ,
ਆਮ ਵੀਅਰ ਵਾਸਤੇ ਇਹ ਅਟਪੂਰੇ ਵਰਡ ਜਿਹੜਾ ਯੂਜ਼ ਕੀਤਾ ਜਾਂਦਾ, ਯਾਨੀ ਕਿ ਆਮ ਪਾਉਣ ਵਾਲੀ ਸਾੜੀ ਹੈਗੀ ਹੈ। ਔਰ ਸਾੜੀਆਂ ਪਹਿਨਣ ਦੀ ਬੰਗਾਲ ਦੀ ਸ਼ੈਲੀ ਦਾ ਸੰਕੇਤ ਦਿੰਦਾ ਹੈ, ਜੋ ਇਸ ਖੇਤਰ ਦੀਆਂ ਔਰਤਾਂ ਲਈ ਲਪੇਟਣ ਦੀ ਰਵਾਇਤੀ ਤਰੀਕਾ ਹੈ। ਕਿਉਂਕਿ ਬੰਗਾਲ ਦੀ ਰਵਾਇਤੀ ਜੋ ਟ੍ਰੈਡੀਸ਼ਨ ਹੈ ਉੱਥੇ ਦਾ, ਉਹ ਸਾੜੀ ਹੀ ਹੈ, ਤੇ ਉੱਥੇ ਦੀਆਂ ਜੋ ਔਰਤਾਂ ਹੁੰਦੀਆਂ ਨੇ ਉਹ ਡਿਫਰੈਂਟ ਸਾੜੀਜ਼ ਨੂੰ ਪ੍ਰੈਫਰੈਂਸ ਦਿੰਦੀਆਂ ਨੇ, ਡੇਲੀ ਵੀਅਰ ਵਾਸਤੇ ਵੀ, ਪਾਰਟੀ ਵੀਅਰ ਵਾਸਤੇ ਵੀ। ਤਾਂ ਉਹ ਇਹ ਸਾਰੀਆਂ ਜੋ ਸਾੜੀਆਂ ਨੇ ਉਹ ਯੂਜ਼ ਕਰਦੀਆਂ ਨੇ, ਕਿਹੜੀ ਸਾੜੀ ਪਾਰਟੀ ਵੀਅਰ ਯੂਜ਼ ਕਰਨੀ ਹੈ ਔਰ ਕਿਹੜੀ ਡੇਲੀ ਵੀਅਰ ਵਿੱਚ। ਇਹ ਸਭ ਟ੍ਰੈਡੀਸ਼ਨ ਜਿਹੜਾ ਹੈ ਵੈਸਟ ਬੰਗਾਲ ਦਾ। ਉਸ ਤੋਂ ਬਾਅਦ ਆਂਦਾ ਕਸਾਵੂ ਫਰੋਮ ਕੇਰਲਾ। ਹੁਣ ਕਸਾਵੂ ਨੂੰ ਸੇਤੂ ਸਾੜੀ ਕਿਹਾ ਜਾਂਦਾ ਹੈ, ਠੀਕ ਹੈ। ਕਸਾਵੂ ਜਿਹੜੀ ਸਾੜੀ ਹੈ ਉਹ ਸੇਤੂ ਸਾੜੀ ਹੈਗੀ ਹੈ, ਕੇਰਲਾ ਦੀ ਸਾੜੀ ਹੈ, ਜ਼ਿਆਦਾਤਰ ਵਾਈਟ ਹੀ ਮਿਲਦੀ ਹੈ ਸਾਨੂੰ, ਠੀਕ ਹੈ। ਔਰ ਇਹਦਾ ਬਾਰਡਰ ਜਿਹੜਾ ਹੁੰਦਾ ਹੈ ਉਹ 골ਡਨ ਹੁੰਦਾ, ਠੀਕ ਹੈ। ਬਾਰਡਰ ਹਮੇਸ਼ਾ 골ਡਨ ਬੁਣਾਈ ਦਾ ਹੋਏਗਾ। ਔਰ ਕਸਾਵੂ ਜਿਹੜੀ ਹੈ ਇਹਦੀਆਂ ਧੋਤੀਆਂ ਵੀ ਆਉਂਦੀਆਂ ਨੇ। ਮੁੰਡੂ ਕੀ ਹੁੰਦਾ ਹੈ? ਮੁੰਡੂ ਹੁੰਦੇ ਆ ਮੁੰਡੇ, ਠੀਕ ਹੈ, ਜੈਂਟਸ, ਉਹਨਾਂ ਨੂੰ ਮੁੰਡੂ ਵਰਤਿਆ ਜਾਂਦਾ ਉਹਨਾਂ ਵਾਸਤੇ। ਔਰ ਉਹਨਾਂ ਲਈ ਜੋ ਧੋਤੀ ਆਂਦੀ ਹੈ ਕਸਾਵੂ ਦੀ, ਉਹਨੂੰ ਕਸਾਵੂ ਮੁੰਡੂ ਬੋਲਿਆ ਜਾਂਦਾ ਹੈ, ਠੀਕ ਹੈ। ਹੁਣ ਕਸਾਵੂ ਤਾਂ ਕੇਰਲਾ ਦਾ ਕੱਪੜਾ ਹੋ ਗਿਆ ਹੈ ਨਾ, ਔਰ ਵਾਈਟ ਫੈਬਰਿਕ ਦੇ ਉੱਪਰ 골ਡਨ ਪੱਟੀਆਂ ਆ ਗਈਆਂ। ਬਟ ਜਦੋਂ ਇਹੀ ਸੇਮ ਚੀਜ਼ ਧੋਤੀ ਦੇ ਵਿੱਚ ਆ ਰਹੀ ਹੈ, ਉਹਨੂੰ ਕਸਾਵੂ ਮੁੰਡੂ ਕਿਹਾ ਜਾਂਦਾ, ਯਾਨੀ ਕਿ ਕਸਾਵੂ ਸਟਾਈਲ ਫॉर ਮੁੰਡਿਆਂ ਲਈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਸਾਡਾ ਕਾਂਜੀਵਰਮ ਫਰੋਮ ਤਮਿਲਨਾਡੂ। ਹੁਣ ਕਾਂਜੀਵਰਮ ਜੋ ਸਾੜੀ ਹੈ ਉਹਨੂੰ ਸਾੜੀਆਂ ਦੀ ਰਾਣੀ ਕਿਹਾ ਜਾਂਦਾ ਹੈ, ਕਿਉਂਕਿ ਤੁਹਾਡੇ ਕੋਲ ਦੇਖੋ ਪਿਕਚਰ ਦਿਖ ਰਹੀ ਹੈ, ਮਤਲਬ ਕਿ ਕਾਫੀ ਗ੍ਰੇਸ ਹੈ ਸਾੜੀ ਦੇ ਉੱਪਰ, ਸ਼ਾਈਨਿੰਗ ਵੀ ਹੈਗੀ ਹੈ, ਪਾਰਟੀ ਵੀਅਰ ਲੱਗ ਰਹੀ ਹੈ ਨਾ। ਔਰ ਇਹਦੇ ਬਾਰਡਰ ਜਿਹੜੇ ਹੁੰਦੇ ਆ ਚੌੜੇ ਚੌੜੇ ਹੁੰਦੇ ਆ। ਇਹ ਸਾੜੀਆਂ ਤਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀਆਂ ਜ਼ਿਆਦਾਤਰ ਔਰਤਾਂ ਦੁਆਰਾ ਵਿਆਹ ਦੇ ਖਾਸ ਮੌਕਿਆਂ ਤੇ ਪਹਿਨਿਆ ਜਾਂਦਾ ਹੈ, ਕਿਉਂਕਿ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਸਾੜੀ ਕਾਫੀ ਅਟਰੈਕਟਿਵ ਹੈ। ਔਰ ਜਿਹੜੀ ਹੈ ਇਹ ਜ਼ਿਆਦਾਤਰ ਵਿਆਹ ਸ਼ਾਦੀਆਂ ਵਿੱਚ ਔਰਤਾਂ ਇਹਨੂੰ ਪਾਉਂਦੀਆਂ ਨੇ। ਔਰ ਆਂਧਰਾ ਪ੍ਰਦੇਸ਼, ਕਰਨਾਟਕ, ਤਮਿਲਨਾਡੂ ਦੀਆਂ ਔਰਤਾਂ ਜਿਹੜੀਆਂ ਕਾਂਜੀਵਰਮ ਸਾੜੀ ਜੋ ਹੈ ਪਾਉਂਦੀਆਂ ਨੇ, ਮਤਲਬ ਕਿ ਉੱਥੇ ਦੀ ਤਮਿਲਨਾਡੂ ਦੀ ਰਿਵਾਇਤੀ ਸਾੜੀ ਹੈ ਕਾਂਜੀਵਰਮ। ਨੈਕਸਟ ਹੈਗਾ ਬੰਕਾਈ ਫਰੋਮ ਓਡੀਸ਼ਾ। ਹੁਣ ਬੰਕਾਈ ਜਿਹੜੀ ਹੈ ਸੋਨਪੁਰੀ ਰੇਸ਼ਮ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ, ਮਤਲਬ ਕਿ ਕਿਉਂਕਿ ਇਹ ਰੇਸ਼ਮ ਫੈਬਰਿਕ ਦੀ ਬਣਦੀ ਹੈਗੀ ਹੈ, ਜਿਹਦੇ ਕਰਕੇ ਇਹਨੂੰ ਸੋਨਪੁਰੀ ਰੇਸ਼ਮ ਕਿਹਾ ਜਾਂਦਾ ਹੈ। ਇੱਕ ਕਢਾਈ ਅਤੇ ਗੁੰਝਲਦਾਰ ਧਾਗੇ ਦੇ ਕੰਮ ਵਾਲੀ ਕਲਾ ਦਾ ਟੁਕੜਾ ਹੈ, ਠੀਕ ਹੈ। ਇੱਕ ਫੈਬਰਿਕ ਹੈਗਾ ਜਿਹੜਾ ਕਿ ਯੂਜ਼ ਕੀਤਾ ਜਾਂਦਾ ਹੈ, ਔਰ ਇਹਦੇ ਉੱਪਰ ਗੁੰਝਲਦਾਰ ਧਾਗੇ ਦੀ ਕਢਾਈ ਕੀਤੀ ਜਾਂਦੀ ਹੈ, ਯਾਨੀ ਕਿ ਥੋੜਾ ਗੁੰਝਲਵਾਂ ਜਿਹਾ ਕੰਮ ਇਹਦੇ ਉੱਪਰ ਕੀਤਾ ਜਾਂਦਾ ਹੈ। ਤੁਹਾਡੇ ਕੋਲ ਪਿਕਚਰ ਦਿਖ ਰਹੀ ਹੋਣੀ, ਉਹਦਾ ਪੱਲਾ ਜੋ ਹੈ ਉਹਦੇ ਤੇ ਕਾਫੀ ਗੁੰਝਲਦਾਰ ਵਰਕ ਕੀਤਾ ਹੋਇਆ। ਔਰ ਇਹ ਉੜੀਸਾ ਦੀ ਸਾੜੀ ਹੈਗੀ ਹੈ ਜਿਹਨੂੰ ਅਸੀਂ ਬੰਕਾਈ ਬੋਲਦੇ ਹਾਂ, ਹੈ ਨਾ। ਔਰ ਤਿਉਹਾਰਾਂ ਵਗੈਰਾ ਤੇ ਪਾਉਣ ਲਈ ਸੂਤੀ ਵਿੱਚ ਔਰ ਰੇਸ਼ਮ ਵਿੱਚ, ਇਹ ਦੋਨੋਂ ਹੀ ਕਿਸਮਾਂ ਦੇ ਵਿੱਚ ਸਾਨੂੰ ਬੰਕਾਈ ਉੜੀਸਾ ਦੀ ਸਾੜੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਯਾਨੀ ਕਿ ਅਸੀਂ ਅਗਰ ਪਾਰਟੀ ਵੀਅਰ ਪਾਣੀ ਹੈ ਤਾਂ ਅਸੀਂ ਜੋ ਹੈ ਰੇਸ਼ਮ ਦੀ ਸਾੜੀ ਲੈ ਸਕਦੇ ਹਾਂ, ਅਗਰ ਅਸੀਂ ਕੈਜੂਅਲੀ ਪਾਣੀ ਹੈ ਤਾਂ ਅਸੀਂ ਸੂਤੀ ਸਾੜੀ ਦਾ ਵੀ ਪ੍ਰਯੋਗ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਸੰਬਲਪੁਰੀ ਫਰੋਮ ਉੜੀਸਾ। ਹੁਣ ਸੰਬਲਪੁਰੀ ਕੀ ਹੈਗੀ ਹੈ? ਸੰਬਲਪੁਰੀ ਜਿਹੜੀ ਹੈ ਵੱਖ-ਵੱਖ ਤਕਨੀਕਾਂ ਦੀ ਇੱਕ ਨਾਜ਼ੁਕ ਬੁਣਾਈ ਹੈ, ਮਤਲਬ ਕਿ ਕਾਫੀ ਟੈਕਨੀਕਸ ਇਹਦੇ ਵਿੱਚ ਯੂਜ਼ ਕਰਕੇ ਜੋ ਸੰਬਲਪੁਰੀ ਸਾੜੀ ਆ ਉੜੀਸਾ ਦੀ ਤਿਆਰ ਕੀਤੀ ਜਾਂਦੀ ਹੈ, ਠੀਕ ਹੈ। ਇਸਦੇ ਜੋ ਬੁਣਾਈ ਦੇ ਵਿੱਚ ਇਹਦੀ ਬੁਣਾਈ ਦੀ ਖਾਸੀਅਤ ਕੀ ਹੁੰਦੀ ਹੈ? ਇਹਦੀ ਬੁਣਾਈ ਦੀ ਖਾਸੀਅਤ ਹੁੰਦੀ ਹੈ ਕਿ ਇਹ ਪਹਿਲਾਂ ਰੰਗਾਈ ਹੁੰਦੇ ਨੇ, ਬਾਅਦ ਚ ਬੁਣਾਈ ਹੁੰਦੇ ਨੇ। ਮਤਲਬ ਕਿ ਜੋ ਬੁਣਾਈ ਹੋ ਰਹੀ ਹੈ ਨਾ, ਉਹ ਪਹਿਲਾਂ ਤਾਂ ਅੱਗੇ ਰੰਗ ਦਿੱਤੇ ਜਾਂਦੇ ਨੇ, ਬਾਅਦ ਚੋਂ ਰੰਗਣ ਤੋਂ ਬਾਅਦ ਜੋ ਹੈ ਉਹਦੀ ਬੁਣਾਈ ਚੱਲਦੀ ਹੈ। ਮਤਲਬ ਕਿ ਸਾੜੀ ਨੂੰ ਬਾਅਦ ਵਿੱਚ ਬੁਣ ਕੇ ਨਹੀਂ ਰੰਗਿਆ ਜਾਂਦਾ, ਪਹਿਲਾਂ ਧਾਗੇ ਰੰਗੇ ਜਾਂਦੇ ਨੇ, ਫਿਰ ਉਹਦੀ ਬੁਣਾਈ ਹੁੰਦੀ ਹੈ। ਔਰ ਇਹ ਜੋ ਪ੍ਰਕਿਰਿਆ ਹੈਗੀ ਹੈ ਇੰਨੀ ਪੱਕੀ ਪ੍ਰਕਿਰਿਆ ਹੁੰਦੀ ਹੈ ਕਿ ਜਿਹਦੇ ਵਿੱਚ ਇਹਦੇ ਕਲਰ ਉਤਰਨ ਦਾ ਬਿਲਕੁਲ ਵੀ ਚਾਂਸ ਨਹੀਂ ਰਹਿੰਦਾ, ਔਰ ਕਾਫੀ ਮਜ਼ਬੂਤ ਜੋ ਹੈ ਇਹ ਸਾੜੀ ਦਾ ਪੈਟਰਨ ਬਣ ਕੇ ਆਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਪੈਥਨੀ ਫਰੋਮ ਮਹਾਰਾਸ਼ਟਰ। ਮਹਾਰਾਸ਼ਟਰ ਦੀ ਜੋ ਪੈਥਨੀ ਸਾੜੀ ਹੈ औरंगाबाद ਦੀ ਵਿਸ਼ੇਸ਼ਤਾ ਹੈ, ਮਤਲਬ ਕਿ औरंगाबाद ਦੀ ਵਿਸ਼ੇਸ਼ ਜਿਹੜੀ ਹੈ ਪੈਥਨੀ ਸਾੜੀ ਹੈਗੀ ਹੈ
और तुहाडे को पिक्चर दिख रही है जिहदे विच बॉर्डर ते जरी दा काम कीता हुंदा है और इहदी खासियत यही है कि इहदे उपर वर्क जरी दा मिलेगा तुहानू। मतलब कि पिक्चर दे विच तुहानू दिख रहा है कि जो उन्हें साड़ी पाई हुई है ओहदे ते काफी जरी दा वर्क होया होया और शाइन कर रही है साड़ी। यही इहदी खासियत है। और महाराष्ट्र दी सब तो जो खासियत वाली चीज हैगी ਉਹ पैथनी साड़ी। अगर ਅਸੀਂ इधरले इलाकिਆਂ ਵਿੱਚ ਜਾਵਾਂਗੇ ਘੁੰਮਣ ਵਾਸਤੇ ਤਾਂ ਅਸੀਂ ਜ਼ਰੂਰ ਉੱਥੇ ਦਾ ਟ੍ਰੈਡੀਸ਼ਨ ਆਪਣੇ ਵਾਸਤੇ ਲੈ ਕੇ ਆਵਾਂਗੇ। ਉਸ ਤੋਂ ਬਾਅਦ ਹੈ ਬਾਂਧਨੀ ਫਰੋਮ ਗੁਜਰਾਤ। ਹੁਣ ਬਾਂਧਨੀ ਹੈ ਜੋ ਸ਼ਬਦ ਉਹ ਬੰਧਨ ਤੋਂ ਆਇਆ ਹੈ। ਬੰਧਨ ਮਤਲਬ ਸੰਬੰਧ, मतलब कि किसी दे नाल साडा संबंध। बांधनी वर्ड ही इत्थों आया बंधन तो। और ये ब्याह शादियां विच गुजरात और राजस्थान दे जेड़े लोग हैगे आ ओ ये साड़ी पांदे आ। टाई एंड डाई साड़ी है बांधनी जो हैगी है, टाई एंड डाई साड़ी है। मतलब कि ये टाई एंड डाई 2-3 कलरां दे विच सानू मिलूगी जदों भी मिलूगी। और इनू जो हैगा ब्याह शादियां दे टाइम जो है गुजरात राजस्थान दियां औरतां जो है इनू वियर करदियां ने। टाई एंड डाई इहदी स्पेशलिटी है, ठीक है। जो इहदी खासियत है वो टाई एंड डाई है, ठीक है। उस तो बाद नेक्स्ट आंदा साडे को मुगा फ्रॉम असम। हुण मुगा जो हैगी है, मुगा रेशम है। रेशम एक कीड़ा हुंदा है जिहदे तो एक तार निकलदी है और ज्यादातर ये असम विच ही पलदे आ। ये कीड़े जो हुंदे आ ये असम विच ही पलदे आ और मुगा उन्हां दे जो तार निकलदी है रेशम दे कीड़े तो जेहड़ी तैयार हुंदी है ओनू मुगा बोलदी है, ठीक है। और मुगा दी जो सिल्क है वो सिर्फ सानू असम तो ही मिलेगी, होर कितों नहीं मिलेगी। ऑल ओवर इंडिया दे विच सानू मुगा कितों नहीं मिलेगी। मुगा दी अगर असी कोई स्पेशल चीज खरीदना चाहते हैं तां ओह सानू असम तो मिलेगी। हुण तुहाडे कोल दिख रही है पिक्चर जिहदे विच मुगा साड़ी वियर कीती हुई है ना। और काफी चमकदार साड़ी हुंदी है ये। इहदे बॉर्डर बड़े हुंदे ने, बहुत ज्यादा वर्क नहीं कीता हुंदा, सिर्फ बॉर्डर हुंदे ने। सिंपल साड़ियां हुंदियां ने। चाहिए ਤਾਂ ਅਸੀਂ ਇਹਨਾਂ ਨੂੰ एम्ब्रॉयडरी ਦੇ ਵਿੱਚ ਵੀ यूज कर सकते हैं क्योंकि ਇਹਦੇ ਉੱਪਰ ਪ੍ਰਿੰਟਸ नहीं ਹੁੰਦੇ, ठीक है। और ਅਸੀਂ अगर खुद कढ़ाई करना चाहते हैं तो ये साड़ियां सब तो बेस्ट है मुगा दी। और मुगा जो अगर फैब्रिक ਤੁਸੀਂ ਕਿਤੋਂ ਹੋਰੋਂ ਲੈਣਾ ਚਾਹੋਗੇ मुगा फैब्रिक ਸਾਨੂੰ ਕਿਤੋਂ नहीं मिलना क्योंकि असम ਦੇ ਵਿੱਚ ਹੀ ਇਹ जो कपड़ा है ये रेशम ਉੱਥੋਂ ही मिलेगा और एक फाइन कपड़ा ਸਾਨੂੰ ਉੱਥੋਂ ही मिलेगा। उस तो बाद हैगा बनारसी फ्रॉम वाराणसी। हुण बनारसी जो साड़ी है उत्तर प्रदेश, वाराणसी उत्तर प्रदेश दी है ना। और ਇਹਦੇ ਤੇ सोने चांदी दी जरी दा डिजाइन दा रूपांतर किया जाता है। हुण तुहाडे को साड़ी दिख रही है 2 शेड्स विच हैगी है ना। मतलब कि 2 शेड्स विच हो सकती है बट जो ਇਹਦੀ स्पेशलिटी सानू मिलूगी बनारसी दी ਉਹ ਕੀ ਮਿਲੂਗਾ गोल्डन दा काम किया होया, सोने चांदी गोल्डन सिल्वर दा काम वर्क किया होया ਇਹਦੇ ਉੱਪਰ सानू मिलूगा। और यही ਇਹਦੀ स्पेशलिटी है, ठीक है। हुण पहला दे टाइम दे विच जो सी इस साड़ी दे उपर असली सोने चांदी दा काम हुंदा सी, ओरिजिनल गोल्ड और चांदी। और वो फैब्रिक काफी मतलब महंगे भी हुंदे सीगे क्योंकि ओरिजिनल गोल्ड और चांदी दा काम हुंदा सी। बट जिवें जिवें एडवांस होई गया हुण तां मतलब कि ओहदे ते नकली गोल्ड और नकली सिल्वर दा काम चलन लग गया। और यही जो काम है, यही जो वर्क है साड़ी दे उपर किया होया, यही इहदी स्पेशलिटी है, ठीक है, गोल्डन सिल्वर दा वर्क। उस तो बाद हैगा पोचमपल्ली फ्रॉम तेलंगाना। हुण तेलंगाना दी पोचमपल्ली जेहड़ी है सब तो फेमस है, ठीक है। आंध्र प्रदेश दे बुदान कस्बे तो प्रसिद्ध पोचमपल्ली रेशम है, यानी कि रेशम दा फैब्रिक है। और किदे आंध्र प्रदेश तेलंगाना दी हैगी है ये साड़ी। और ਇਹਦੇ ਉੱਪਰ जो पैटर्न बनते ने ਉਹ काफी गुंजलदार ਹੁੰਦੇ ਨੇ। मतलब कि गुंजले वाले पैटर्न ਇਹਦੇ ਉੱਪਰ बनाए जाते हैं या फिर ज्योमेट्रिकल पैटर्न्स ਇਹਦੇ ਉੱਪਰ ਬਣਦੇ ਨੇ, ठीक है। और सूती और रेशमी दोनों चीजा दे मिक्सचर दे नाल ये साड़ी तैयार होंदी है। मतलब कि दोनों ही चीजा यूज हो रही ने, सूती भी रेशमी भी। और ये पोचमपल्ली जेहड़ी साड़ी है वो तैयार होंदी है। और इनू
ਇਹ ਸਾੜੀਆਂ ਬਹੁਤ ਸ਼ਾਹੀ ਹਨ ਅਤੇ ਇਸ ਦੇ ਲਈ ਡਾਈ ਵਾਲੀਆਂ ਵੀ ਹਨ, ਯਾਨੀ ਕਿ ਡਾਈਬਲ ਸਾੜੀਆਂ ਨੇ, ਡਾਈ ਵੀ ਹੋ ਸਕਦੀਆਂ, ਸ਼ਾਹੀ ਸਾੜੀਆਂ ਨੇ, ਕਿਉਂਕਿ ਇਹਨੂੰ ਸ਼ਾਹੀ ਪਰਿਵਾਰ ਦੇ ਲੋਕ ਵੱਧ ਲੈਂਦੇ ਨੇ ਪੰਚਮਪੱਲੀ ਨੂੰ, ਤੇ ਇਹਦੇ ਕਰਕੇ ਇਹਨੂੰ ਸ਼ਾਹੀ ਜਿਹੜੀ ਸਾੜੀ ਹੈ ਉਹ ਵੀ ਕਿਹਾ ਜਾਂਦਾ ਹੈ ਨਾ, ਸ਼ਾਹੀ ਸਾੜੀ ਹੈ ਇਹ ਸਾਡੀ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਸਾਡੀ ਚੰਦੇਰੀ ਫਰੋਮ ਮੱਧ ਪ੍ਰਦੇਸ਼। ਹੁਣ ਚੰਦੇਰੀ ਜੋ ਸਾੜੀ ਹੈ ਉਹ ਚੰਦੇਰੀ ਸ਼ੁੱਧ ਸਿਲਕ, ਚਾਂਦੀ ਸੂਤੀ ਅਤੇ ਰੇਸ਼ਮੀ ਸੂਤੀ ਤੋਂ ਤਿਆਰ ਹੁੰਦੀ ਹੈ। ਮਤਲਬ ਕਿ ਸ਼ੁੱਧ ਇਹ ਸਿਲਕ ਵਿੱਚ ਬਣਦੀ ਹੈ ਚੰਦੇਰੀ, ਔਰ ਚਾਂਦੀ ਸੂਤੀ ਦੀ ਬਣਦੀ ਹੈ ਅਤੇ ਰੇਸ਼ਮ ਸੂਤੀ ਦੀ, ਮਤਲਬ ਕਿ ਰੇਸ਼ਮ ਦੇ ਧਾਗੇ ਦੀ ਬਣਦੀ ਹੈ। ਔਰ ਇਹਦੇ ਉੱਪਰ ਜੋ ਹੈ ਰੇਸ਼ਮ, ਜਰੀ ਅਤੇ ਸੂਤੀ ਇਕੱਠੇ ਬੁਣੇ ਹੋਏ ਹੁੰਦੇ ਹਨ। ਇਸ ਦੀ ਕੱਪੜੇ ਦੀ ਸਪੈਸ਼ਲਿਟੀ, ਇਸ ਸਾੜੀ ਦੀ ਸਪੈਸ਼ਲਿਟੀ ਹੈ ਕਿ ਇਹਦੇ ਉੱਪਰ ਜਰੀ ਦਾ ਕੰਮ, ਸੂਤੀ ਦਾ ਕੰਮ ਇਕੱਠਾ ਹੀ ਕੀਤਾ ਹੁੰਦਾ ਹੈ ਨਾ। ਔਰ ਇਹ ਫੈਬਰਿਕ ਜੋ ਹੁੰਦਾ ਬਹੁਤ ਹਲਕਾ ਹੁੰਦਾ, ਯਾਨੀ ਕਿ ਖੰਭ ਨਾਲੋਂ ਹਲਕਾ ਹੁੰਦਾ ਹੈ, ਮਤਲਬ ਕਿ ਖੰਭ ਨਾਲੋਂ ਵੀ ਹਲਕਾ ਫੈਬਰਿਕ ਹੁੰਦਾ ਹੈ। ਇਹ ਸ਼ਾਹੀ ਚਮਕਦਾਰ ਹੁੰਦਾ ਹੈ, ਉੱਥੇ ਸਭ ਤੋਂ ਵਧੀਆ ਫੈਬਰਿਕ ਹੈ। ਹੁਣ ਮੱਧ ਪ੍ਰਦੇਸ਼ ਚ ਅਗਰ ਸਭ ਤੋਂ ਵਧੀਆ ਫੈਬਰਿਕ ਹੈ ਤਾਂ ਉਹ ਹੈਗੀ ਹੈ ਚੰਦੇਰੀ, ਠੀਕ ਹੈ। ਔਰ ਇਹ ਸਾੜੀਆਂ ਜ਼ਿਆਦਾਤਰ ਸਾਨੂੰ ਉੱਥੋਂ ਹੀ ਮਿਲਣਗੀਆਂ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਕੌਨਰਾਡ ਫਰੋਮ ਤਮਿਲਨਾਡੂ। ਹੁਣ ਇਹ ਜੋ ਸਾੜੀ ਹੈ ਕੌਨਰਾਡ, ਇਹ ਕੀ ਹੈਗੀ ਹੈ, ਇਹ ਮੰਦਿਰ ਦੇ ਦੇਵੀ ਦੇਵਤਿਆਂ ਲਈ ਇਹ ਸਾੜੀਆਂ ਤਿਆਰ ਹੁੰਦੀਆਂ ਸੀ, ਕਿਉਂਕਿ ਇਸ ਫੈਬਰਿਕ ਦੀਆਂ ਜ਼ਿਆਦਾਤਰ ਜਿਹੜੀਆਂ ਦੇਵੀ ਦੇਵਤਿਆਂ ਦੇ ਮੂਰਤੀਆਂ ਤੇ ਜੋ ਕੱਪੜੇ ਪਾਉਂਦੇ ਸੀ ਉਹਨਾਂ ਦੇ ਲਈ ਇਹ ਸਪੈਸ਼ਲ ਤੌਰ ਤੇ ਤਿਆਰ ਕੀਤੀਆਂ ਜਾਂਦੀਆਂ ਸੀ। ਪਰ ਹੁਣ ਤਾਂ ਇਹ ਜਿਹੜੀ ਸਾੜੀ ਹੈਗੀ ਆ ਆਮ ਪਾਰਟੀ ਵੀਅਰ ਪਾਉਣ ਵਾਸਤੇ, ਪਾਰਟੀ ਵੀਅਰ ਫੈਬਰਿਕ ਦੇ ਤੌਰ ਤੇ ਵੀ ਬਣਾਈਆਂ ਜਾਂਦੀਆਂ ਨੇ। ਇਹਦੀ ਸਪੈਸ਼ਲਿਟੀ ਇਹ ਹੁੰਦੀ ਹੈ ਕਿ ਇਹਦੇ ਉੱਪਰ ਜਾਨਵਰਾਂ ਦੇ ਅਤੇ ਕੁਦਰਤੀ ਮੋਟਿਫ ਜਿਹੜੇ ਸਾਨੂੰ ਮਿਲਦੇ ਨੇ, ਠੀਕ ਹੈ। ਇਹਦੀ ਸਪੈਸ਼ਲਿਟੀ ਹੈ ਕਿ ਜਾਂ ਤਾਂ ਉਹਦੇ ਉੱਪਰ ਕੁਦਰਤੀ ਫਲਾਵਰ ਵਗੈਰਾ ਦੇ ਪੈਟਰਨ ਹੋਣਗੇ ਜਾਂ ਫਿਰ ਸਾਨੂੰ ਉਹਦੇ ਉੱਪਰ ਜਾਨਵਰਾਂ ਦੇ ਪੈਟਰਨ ਸਾਨੂੰ ਇਹਦੇ ਤੇ ਮਿਲਣਗੇ। ਔਰ ਇਹ ਸਪੈਸ਼ਲਿਟੀ ਕਰਕੇ ਕੌਨਰਾਡ ਤਮਿਲਨਾਡੂ ਦੀ ਸਾੜੀ ਜਿਹੜੀ ਫੇਮਸ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਂਦੀ ਹੈ ਲਹਿਰੀਆ ਫਰੋਮ ਰਾਜਸਥਾਨ। ਹੁਣ ਲਹਿਰੀਆ ਹੈਗੀ ਹੈ, ਲਹਿਰੀਆ, ਠੀਕ ਹੈ, ਇਹ ਕਿਹੜੀ ਹੈ, ਬੰਧਨੀ ਦਾ ਰੂਪ ਹੈ। ਪਹਿਲਾਂ ਉਹਨੇ ਤੁਹਾਨੂੰ ਦੱਸਿਆ ਸੀ ਬੰਧਨੀ ਫਰੋਮ ਗੁਜਰਾਤ ਐਂਡ ਰਾਜਸਥਾਨ, ਹੈ ਨਾ, ਮਤਲਬ ਕਿ ਉਹ ਟਾਈ ਐਂਡ ਡਾਈ ਸਾੜੀ ਸੀ। ਹੁਣ ਇਹ ਵੀ ਇੱਕ ਟਾਈ ਐਂਡ ਡਾਈ ਸਾੜੀ ਹੈ ਔਰ ਇਹਦੀ ਸਪੈਸ਼ਲਿਟੀ ਹੈਗੀ ਇਹਦੇ ਤੇ ਲਹਿਰੀਏ ਬਣਦੇ ਆ, ਠੀਕ ਹੈ, ਏਦਾਂ ਲਹਿਰੀਏ ਬਣ ਜਾਂਦੇ ਆ। ਲਹਿਰੀਏ ਇਹਦੀ ਸਪੈਸ਼ਲਿਟੀ ਹੈ ਔਰ ਇਹਦੀ ਜੋ ਰੰਗਾਈ ਹੁੰਦੀ ਆ ਉਹਨੂੰ ਜਦੋਂ ਬੁਣਦੇ ਆ, ਉਹਨੂੰ ਜਦੋਂ ਬੰਨਦੇ ਆ, ਸਿਰਫ ਉਹਦੇ ਵਿੱਚ ਫਰਕ ਹੁੰਦਾ, ਠੀਕ ਹੈ। ਔਰ ਇਹ ਜ਼ਿਆਦਾਤਰ ਰਾਜਸਥਾਨ ਦੀ ਹੀ ਸਾੜੀਆਂ ਨੇ ਜਿਹੜੀਆਂ ਟਾਈ ਐਂਡ ਡਾਈ ਵਾਲੀਆਂ ਆਉਂਦੀਆਂ ਨੇ, ਠੀਕ। ਉਸ ਤੋਂ ਬਾਅਦ ਨੈਕਸਟ ਸਾਡੀ ਆਉਂਦੀ ਹੈ ਫੁਲਕਾਰੀ ਫਰੋਮ ਪੰਜਾਬ। ਜਿਵੇਂ ਕਿ ਸਾਨੂੰ ਪਤਾ ਕਿ ਆਪਾਂ ਪੰਜਾਬ 'ਚ ਰਹਿੰਦੇ ਆ ਤਾਂ ਸਾਨੂੰ ਪਤਾ ਹੈ ਕਿ ਪੰਜਾਬ ਦੀ ਸਪੈਸ਼ਲਿਟੀ ਕੀ ਹੈਗੀ ਆ, ਫੁਲਕਾਰੀ। ਫੁਲਕਾਰੀ ਦੇ ਦੁਪੱਟੇ ਜ਼ਿਆਦਾ ਫੇਮਸ ਹੈਗੇ ਆ, ਬਟ ਜੋ ਲੋਕ ਸਾੜੀਆਂ ਪਾਉਣ ਦੇ ਜ਼ਿਆਦਾ ਇੰਟਰਸਟਿਡ ਹੁੰਦੇ ਨੇ, ਹੈ ਨਾ, ਉਹਨਾਂ ਲਈ ਫੁਲਕਾਰੀ ਸਾੜੀਆਂ ਵੀ ਆਉਂਦੀਆਂ ਨੇ। ਹੁਣ ਤੁਹਾਡੇ ਕੋਲ ਦਿਖ ਰਿਹਾ ਫੁਲਕਾਰੀ ਵਰਕ ਕੀਤਾ ਹੋਇਆ ਪੱਲੂ ਹੈ ਔਰ ਬਾਰਡਰ ਬਣਿਆ ਹੋਇਆ, ਯਾਨੀ ਕਿ ਕੀ ਹੈ, ਜ਼ਰੂਰੀ ਨਹੀਂ ਕਿ ਆਪਾਂ ਇਹਦੇ ਦੁਪੱਟੇ ਹੀ ਲੈ ਸਕਦੇ ਆ। ਦੁਪੱਟਾ ਤਾਂ ਚਲੋ ਟ੍ਰੈਂਡ ਹੈਗਾ ਹੀ ਹੈ, ਕਿਉਂਕਿ ਪੰਜਾਬ ਦਾ ਟ੍ਰੈਂਡ ਦੁਪੱਟਾ ਇਸ ਲਈ ਹੈ ਕਿਉਂਕਿ ਪੰਜਾਬ 'ਚ ਸੂਟ ਚੱਲਦੇ ਆ। ਬਟ ਜੋ ਅਦਰ ਸਟੇਟ ਦੇ ਔਰਤਾਂ ਸਾੜੀ ਵੀਅਰ ਕਰਦੀਆਂ ਨੇ, ਸੂਟ ਨਹੀਂ ਪਾਉਂਦੀਆਂ ਨੇ, ਉਹਨਾਂ ਦਾ ਟ੍ਰੈਡੀਸ਼ਨ ਸਾੜੀ ਹੈ ਨਾ, ਤਾਂ ਉਹਨਾਂ ਲਈ ਕੀ ਹੈਗਾ, ਫੁਲਕਾਰੀ ਦੀਆਂ ਪੰਜਾਬ ਤੋਂ ਸਪੈਸ਼ਲ ਸਾੜੀਆਂ ਬਣੀਆਂ ਹੁੰਦੀਆਂ ਨੇ ਜਿਹਦੇ ਤੇ ਫੁਲਕਾਰੀ ਵਰਕ ਕੀਤਾ ਹੁੰਦਾ। ਉਸ ਤੋਂ ਬਾਅਦ ਨੈਕਸਟ ਹੈਗੀ ਹੈ ਚਿਕਨਕਾਰੀ ਫਰੋਮ ਲਖਨਊ। ਹੁਣ ਚਿਕਨਕਾਰੀ ਐਮਬਰਾਇਡਰੀ ਦੇ ਬੱਚਿਆਂ ਨੂੰ ਬਹੁਤ ਵਾਰ ਦੱਸਿਆ ਕਿ ਚਿਕਨਕਾਰੀ ਕਢਾਈ ਹੈ, ਕਢਾਈ ਹੈ, ਕਢਾਈ ਹੈ, ਇਹ ਉਹੀ ਕਢਾਈ ਹੈ ਚਿਕਨਕਾਰੀ ਫਰੋਮ ਲਖਨਊ। ਜਦੋਂ ਉਹ ਮਤਲਬ ਕਿ ਲਖਨਊ ਕੀ ਹੈ, ਲਖਨਊ ਦੀ ਫੇਮਸ ਜੋ ਕਲਾ ਹੈਗੀ ਆ ਉਹ ਚਿਕਨਕਾਰੀ ਹੀ ਹੈ, ਠੀਕ ਹੈ। ਲਖਨਊ ਦੀ ਫੇਮਸ ਕਲਾ ਚਿਕਨਕਾਰੀ, ਉਹ ਤੁਸੀਂ ਚਾਹੇ ਸਾੜੀ ਦੇ ਵਿੱਚ ਲੈ ਲਓ, ਚਾਹੇ ਤੁਸੀਂ ਸੂਟ ਦੇ ਵਿੱਚ ਲੈ ਲਓ, ਚਾਹੇ ਤੁਸੀਂ ਦੁਪੱਟੇ ਦੇ ਵਿੱਚ ਲੈ ਲਓ, ਸਾਨੂੰ ਇਹ ਵਰਕ ਹਰ ਇੱਕ ਫੈਬਰਿਕ ਉੱਪਰ ਸਾਨੂੰ ਮਿਲ ਜਾਊਗਾ। ਔਰ ਲਖਨਊ ਦੀ ਜੋ ਚਿਕਨਕਾਰੀ ਹੈ ਉਹ ਫੇਮਸ ਹੈ, ਚਾਹੇ ਉਹਦਾ ਸੂਟ ਲਓ, ਚਾਹੇ ਉਹਦਾ ਦੁਪੱਟਾ ਲਓ, ਚਾਹੇ ਉਹਦੀ ਸਾੜੀ ਲਓ। ਔਰ ਇਹਦੀ ਜੋ ਸਾੜੀਆਂ ਨੇ ਉੱਥੇ ਦੀ ਸਪੈਸ਼ਲਿਟੀ ਨੇ, ਔਰ ਇਹ ਸਾਨੂੰ ਸੂਤੀ ਫੈਬਰਿਕ ਉੱਪਰ ਬੜੇ ਆਰਾਮ ਨਾਲ ਮਿਲ ਜਾਂਦੀਆਂ ਨੇ।
ਉਸ ਤੋਂ ਬਾਅਦ ਨੈਕਸਟ ਹੈਗੀ ਹੈ ਕਾਸਤਾ ਸਾੜੀ ਫਰੋਮ ਮਹਾਰਾਸ਼ਟਰ। ਹੁਣ ਮਹਾਰਾਸ਼ਟਰ ਦੀ ਸਾੜੀ ਦੇਖੋ, ਔਰਤ ਨੇ ਮਹਾਰਾਸ਼ਟਰਨ ਸਟਾਈਲ ਦੇ ਵਿੱਚ ਵੀਅਰ ਵੀ ਕੀਤੀ ਹੋਈ ਹੈ, ਜਿਹਨੂੰ ਨੌਵਰੀ ਸਾੜੀ ਵੀ ਕਿਹਾ ਜਾਂਦਾ ਹੈ। ਸਾੜੀ ਦੀ ਰਿਵਾਇਤ ਮਰਾਠੀ ਸ਼ੈਲੀ ਹੈ, ਕਿਉਂਕਿ ਮਹਾਰਾਸ਼ਟਰ ਦੀ ਹੈ ਔਰ ਉੱਥੇ ਮਰਾਠੀ ਚਲਦੀ ਹੈ, ਇਸ ਕਰਕੇ ਇਹਨੂੰ ਮਹਾਰਾਸ਼ਟਰ ਮਰਾਠੀ ਸ਼ੈਲੀ ਵੀ ਕਿਹਾ ਜਾਂਦਾ ਹੈ। 9 ਗਜ ਵਾਲੀ ਸਾੜੀ, ਕਿਉਂਕਿ ਸਾੜੀ 9 ਗਜ ਦੀ ਹੁੰਦੀ ਹੈ, ਇਸ ਕਰਕੇ 9 ਗਜ ਵਾਲੀ ਸਾੜੀ ਹਮੇਸ਼ਾ ਵਰਡ यूज किया जाता साड़ियां दे लई। और ये जिहड़ी है सानू ਇਹ ਸਾੜੀ ਸਾਨੂੰ ਰੇਸ਼ਮ ਦੇ ਫੈਬਰਿਕ ਉੱਪਰ ਬੜੇ ਆਰਾਮ ਨਾਲ ਮਿਲ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਸ਼ਿਫੋਨ। ਹੁਣ ਸ਼ਿਫੋਨ ਜਿਹੜੀ ਸਾੜੀ ਹੈਗੀ ਆ ਆਲ ਓਵਰ ਇੰਡੀਆ ਕਿਤੋਂ ਵੀ ਮਿਲ ਸਕਦੀ ਹੈ ਸਾਨੂੰ। ਇਹ ਪ੍ਰਿੰਟਡ ਔਰ ਪਲੇਨ ਦੋਨੋਂ ਹੀ ਕਿਸਮਾਂ ਦੇ ਵਿੱਚ ਆਉਂਦੀਆਂ ਨੇ, ਔਰ ਜ਼ਿਆਦਾਤਰ ਜਿਹੜੀਆਂ ਸ਼ਿਫੋਨ ਸਾੜੀਆਂ ਹੁੰਦੀਆਂ ਨੇ ਗਰਮੀਆਂ 'ਚ ਪਾਉਣ ਲਈ ਹੁੰਦੀਆਂ ਨੇ, ਔਰ ਇਹ ਜਿਹੜੀਆਂ ਔਰਤਾਂ ਲਈ ਡੇਲੀ ਵੀਅਰ ਵਾਸਤੇ ਬੈਸਟ ਹੁੰਦੀਆਂ ਨੇ। ਜੋ ਸ਼ਿਫੋਨ ਸਾੜੀਆਂ ਹੁੰਦੀਆਂ ਨੇ ਡੇਲੀ ਵੀਅਰ ਜੋ ਪਾਉਂਦੀਆਂ ਨੇ ਉਹਨਾਂ ਲਈ ਇਹ ਸਾੜੀਆਂ ਬੈਸਟ ਸਾੜੀਜ਼ ਨੇ। ਉਸ ਤੋਂ ਬਾਅਦ ਆਂਦੀ ਹੈ ਜਾਰਜਟ ਸਾੜੀ। ਹੁਣ ਜਾਰਜਟ ਦੀ ਸਾੜੀ ਇਹ ਪਾਰਟੀ ਵੀਅਰ ਵੀ ਹੋ ਸਕਦੀ ਹੈ, ਕਿਉਂਕਿ ਜਾਰਜਟ ਦਾ ਫੈਬਰਿਕ ਯੂਜ਼ ਹੋ ਰਿਹਾ, ਔਰ ਕੈਜੂਅਲੀ ਵੀ ਹੋ ਸਕਦੀ ਹੈ, ਠੀਕ ਹੈ। ਔਰ ਇਹਦੇ ਤੇ ਕੀ ਹੈ, ਇਹਦੀ ਖਾਸੀਅਤ ਹੁੰਦੀ ਹੈ ਮਰੋੜੇ ਹੋਏ ਧਾਗਿਆਂ ਦੇ ਨਾਲ ਜੋ ਫੈਬਰਿਕ ਜਾਰਜਟ ਦਾ ਉਹ ਬਣਦਾ ਹੈਗਾ। ਰੇਸ਼ਮ ਤੋਂ ਬਣੀਆਂ ਹਲਕੀ ਵਜਨ ਵਾਲੀਆਂ ਸਾੜੀਆਂ ਹਨ, ਮਤਲਬ ਕਿ ਰੇਸ਼ਮ ਦੀਆਂ ਸਾੜੀਆਂ ਹੁੰਦੀਆਂ ਹਨ ਬਟ ਹਲਕੇ ਵਜਨ ਦੀਆਂ ਹੁੰਦੀਆਂ ਹਨ। ਹੁਣ ਤੁਹਾਡੇ ਕੋਲ ਜੋ ਪਿਕਚਰ ਦਿਖ ਰਹੀ ਹੈ ਜਾਰਜਟ ਸਾੜੀ ਦੀ ਪਿਕਚਰ ਹੈ, ਯਾਨੀ ਕਿ ਇੱਕ ਪਾਰਟੀ ਵੀਅਰ ਲੁੱਕ ਦਿੱਤੀ ਹੋਈ ਹੈ। ਇਹ ਸਾਨੂੰ ਕੈਜੂਅਲੀ ਔਰ ਪਾਰਟੀ ਵੀਅਰ ਦੋਨੋਂ ਤਰ੍ਹਾਂ ਦੇ ਸਟਾਈਲਸ ਦੇ ਵਿੱਚ ਸਾਨੂੰ ਬਾਜ਼ਾਰ ਵਿੱਚੋਂ ਮਿਲ ਜਾਂਦੀਆਂ ਨੇ। ਉਸ ਤੋਂ ਬਾਅਦ ਕੋਸਾ ਸਿਲਕ ਸਾੜੀ ਫਰੋਮ ਛੱਤੀਸਗੜ੍ਹ। ਹੁਣ ਛੱਤੀਸਗੜ੍ਹ ਦੀ ਜੋ ਫੇਮਸ ਟ੍ਰੈਂਡ ਹੈਗਾ ਹੈ ਉਹ ਹੈਗਾ ਕੋਸਾ ਸਿਲਕ ਸਾੜੀ। ਹੁਣ ਕੋਸਾ ਸਿਲਕ ਸਾੜੀ ਜੋ ਹੈ ਭਾਰਤ ਦੀਆਂ ਫੇਮਸ ਸਾੜੀਆਂ ਵਿੱਚੋਂ ਇੱਕ ਸਾੜੀ ਹੈਗੀ ਹੈ, ਜਿਹਦੇ ਡਿਜ਼ਾਈਨ ਕਈ ਤਰ੍ਹਾਂ ਦੇ ਕਈ ਰੰਗਾਂ ਵਿੱਚ ਔਰ ਕਈ ਪੈਟਰਨਸ ਵਿੱਚ ਸਾਨੂੰ ਮਿਲ ਜਾਂਦੇ ਨੇ। ਕੋਸਾ ਜਿਹੜੀ ਸਿਲਕ ਹੈ ਉਹ ਛੱਤੀਸਗੜ੍ਹ ਦੇ ਰੇਸ਼ਮ ਦੇ ਕੀੜਿਆਂ ਤੋਂ ਮਿਲਦੀ ਹੈ, ਤਾਂ ਜੋ ਇਹਨੂੰ ਛੱਤੀਸਗੜ੍ਹ ਵਿੱਚ ਹੀ ਮਿਲੇਗਾ ਕੋਸਾ ਸਿਲਕ, ਜੇ ਅਸੀਂ ਕੋਸਾ ਸਿਲਕ ਲੈਣਾ ਚਾਹੁੰਦੇ ਹਾਂ, ਕਿਉਂਕਿ ਉਹ ਜੋ ਰੇਸ਼ਮ ਦਾ ਕੀੜਾ ਉਹ ਸਿਰਫ ਉੱਥੇ ਹੀ ਮਿਲਦਾ ਹੈ ਤੇ ਉਹਦਾ ਜੋ ਲਾਰਵੇ ਲਾਰਵੇ ਤੋਂ ਸਾਨੂੰ ਮਿਲਦੇ ਆ, ਉਹਦੀ ਤਾਰ ਮਿਲਦੀ ਹੈ ਰੇਸ਼ਮ ਦੀ, ਉਹ ਸਾਨੂੰ ਉੱਥੋਂ ਹੀ ਮਿਲਦੀ ਹੈ। ਯਾਨੀ ਕਿ ਕੋਸਾ ਸਿਲਕ ਜਿਹੜੀ ਹੈ ਛੱਤੀਸਗੜ੍ਹ ਦੀ ਫੇਮਸ ਸਾੜੀ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਨੈਟ ਸਾੜੀ। ਹੁਣ ਨੈਟ ਸਾੜੀ ਜੋ ਹੈ ਆਲ ਓਵਰ ਇੰਡੀਆ ਵਿੱਚ ਸਾਨੂੰ ਕਿਤੋਂ ਵੀ ਮਿਲ ਸਕਦੀ ਹੈ, ਔਰ ਨੈਟ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਜਾਲੀ है ना। ये पार्टी वियर जिन्ना तुसी हैवी वर्क लओगे पार्टी वियर मिल जाएगी, जिन्ना लाइट वर्क लओगे ਉਹ ਤੁਹਾਡੇ कैजुअल वियर ਲਈ ਕੰਮ ਆ ਜਾਏਗਾ। ਪਰ ਜ਼ਿਆਦਾਤਰ ਜਿਹੜੀਆਂ ਹੈ ਇਹ ਫੈਬਰਿਕ ਦੇ ਉੱਪਰ ਪਾਰਟੀ ਵਿਅਰ ਕੰਮ ਹੋ ਕੇ ਆਂਦਾ ਹੈ, ਔਰ ਜਰੀ ਵਰਕ ਦਾ ਕੰਮ ਇਹਦੇ ਉੱਪਰ ਜ਼ਿਆਦਾ ਹੁੰਦਾ। ਮੋਤੀ ਸਿੱਪੀ ਸਿਤਾਰੇ ਇਹਨਾਂ ਦਾ ਕੰਮ ਇਹਦੇ ਉੱਪਰ ਜ਼ਿਆਦਾ ਮਿਲ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਸਾਡੀਆਂ ਆਉਂਦੀਆਂ ਨੇ ਪਟੋਲਾ ਸਾੜੀ ਫਰੋਮ ਗੁਜਰਾਤ। ਹੁਣ ਗੁਜਰਾਤ ਦੀ ਜੋ ਹੈ ਪਟੋਲਾ ਸਾੜੀ ਫੇਮਸ ਹੈਗੀ ਹੈ, और रेशम दी साड़ी है जो डबल इक्कत साड़ी है, मतलब कि डबल बुनाई वाली साड़ी हैगी है। ये बहुत मशहूर हैं ते बहुत महंगियां हैं, यानी कि फेमस तो हैगियां ही है बट काफी कॉस्टली भी ये साड़ियां सानू पटोला साड़ी जिहड़ी गुजरात तो मिलती है। ਇਹਨੂੰ ਕੀ ਹੈ ਸ਼ਾਹੀ ਪਰਿਵਾਰ ਦੁਆਰਾ ਪਹਿਨਿਆ ਜਾਂਦਾ ਹੈ, ਕਿਉਂਕਿ ਕਾਸਟਲੀ ਕਾਫੀ ਹੁੰਦੀ ਹੈ, ਨਾਰਮਲੀ ਇਹਨੂੰ ਹਰ ਕੋਈ ਨਹੀਂ ਖਰੀਦ ਸਕਦਾ। ਇਹਦੇ ਕਰਕੇ ਕੀ ਹੈ ਇਹਨੂੰ ਸ਼ਾਹੀ ਪਰਿਵਾਰ ਦੇ ਲੋਕ ਜੋ ਹੁੰਦੇ ਨੇ ਉਹ ਜ਼ਿਆਦਾ ਇਸ ਨੂੰ ਪਾਉਂਦੇ ਨੇ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਕਲਮਕਾਰੀ ਸਾੜੀ ਫਰੋਮ ਸਾਊਥ। ਹੁਣ ਸਾਊਥ ਦੀ ਕਲਮਕਾਰੀ ਸਾੜੀ ਇਹ ਬਹੁਤ ਮਸ਼ਹੂਰ ਹੈ, ਕਿਉਂਕਿ ਸਾਊਥ ਵਾਲੀ ਸਾਈਡ ਤੇ ਜ਼ਿਆਦਾਤਰ ਇਹ ਟ੍ਰੈਂਡ ਸਾੜੀਆਂ ਦਾ ਹੁੰਦਾ, ਇਸ ਕਰਕੇ ਸਾੜੀਆਂ ਦੀ ਜੋ ਵੈਰਾਈਟੀ ਹੈ ਸਾਨੂੰ ਸਾਊਥ ਵਾਲੀ ਸਾਈਡ ਤੋਂ ਹੀ ਵੱਧ ਮਿਲੇਗੀ, ਠੀਕ ਹੈ। ਔਰ ਇਹ ਜਿਹੜੀ ਸ਼ੈਲੀ ਹੈ ਇਹ ਸਾਨੂੰ ਉੱਥੋਂ ਹੀ ਮਿਲ ਸਕਦੀ ਹੈ ਨਾ। ਔਰ ਇਹਦੇ ਉੱਪਰ ਕੀ ਹੈ ਮੋਟਿਵ ਜੋ ਪ੍ਰਿੰਟਡ ਬਣੇ ਹੁੰਦੇ ਨੇ ਉਹ ਜਿਓਮੈਟ੍ਰਿਕਲ ਡਿਜ਼ਾਈਨ ਔਰ ਨੈਚੁਰਲ ਡਿਜ਼ਾਈਨ ਦੇ ਮੋਟਿਵਸ ਸਾਨੂੰ ਇਹਦੇ ਉੱਪਰ ਮਿਲ ਜਾਂਦੇ ਨੇ। ਔਰ ਇਹ ਜਿਹੜੀ ਹੈ ਕਲਮਕਾਰੀ ਸਾੜੀ ਸਾਨੂੰ ਸੂਤੀ ਰੇਸ਼ਮੀ ਦੋਨੋਂ ਹੀ ਕਿਸਮਾਂ ਦੇ ਵਿੱਚ ਸਾਨੂੰ ਉਪਲਬਧ ਹੋ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਪੁੱਤਾ ਪੱਕਾ ਸਾੜੀ ਫਰੋਮ ਤੇਲੰਗਾਨਾ। ਹੁਣ ਇਹ ਜਿਹੜੀ ਤੇਲੰਗਾਨਾ ਦੀ ਸਾੜੀ ਹੈ ਇਹ ਨਲਗੋਂਡਾ ਜ਼ਿਲ੍ਹੇ ਦੇ ਪੁੱਤਪਾਕਾ ਪਿੰਡ ਵਿੱਚ ਬਣੀ, ਜਿਹਦੇ ਕਰਕੇ ਕੀ ਹੈ ਇਹਦਾ ਨਾਮ ਵੀ ਪੁੱਤਪਾਕਾ ਹੀ ਪੈ ਗਿਆ, है ना। और ये साड़ियां टाई एंड डाई वालियां साड़ियां ने जो कि अपने स्टाइल विच रंगदे ने।
ਜਿਨ੍ਹਾਂ ਨੂੰ ਰੰਗਨ ਦਾ ਉਹਨਾਂ ਦਾ ਆਪਣਾ ਸਟਾਈਲ ਹੈ, ਜਿਹਦੇ ਕਰਕੇ ਕੀ ਆ ਪੁੱਤ ਪੱਕਾ ਸਾੜੀ ਜਿਹੜੀ ਉੱਥੇ ਦੀ ਫੇਮਸ ਹੈ। ਕਿਉਂਕਿ ਹਰ ਇੱਕ ਸ਼ੈਲੀ, ਜਿਵੇਂ ਪੰਜਾਬ ਦੀ ਸ਼ੈਲੀ ਫੁਲਕਾਰੀ ਇੱਕ ਆਪਣਾ ਹੀ ਸਟਾਈਲ ਹੈ, ਕੋਈ ਇਹਨੂੰ ਮਤਲਬ ਕਾਪੀ ਕਰੂਗਾ ਬਟ ਉਹ ਸਟਾਈਲ ਨਹੀਂ ਲੈ ਕੇ ਆ ਸਕੂਗਾ। ਸੇਮ ਉਹੀ ਚੀਜ਼ ਹੈ ਕਿ ਉੱਥੇ ਦੀ ਇਹ ਜੋ ਸਾੜੀ ਹੈਗੀ ਆ ਇਹ ਉੱਥੇ ਦੇ ਸਟਾਈਲ ਦੀ ਹੈਗੀ ਆ, ਔਰ ਇਹਨਾਂ ਨੂੰ ਬਣਾਉਣ ਦਾ ਹੀ ਉਹਨਾਂ ਦੀ ਆਪਣੀ ਟੈਕਨੀਕ ਹੁੰਦੀਆਂ ਨੇ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਗੜਵਾਲ ਸਾੜੀ ਫਰਮ ਤੇਲੰਗਾਨਾ। ਹੁਣ ਗੜਵਾਲ ਸਾੜੀ ਤੇਲੰਗਾਨਾ ਦੀ ਹੈਗੀ ਹੈ ਫੇਮਸ ਸਾੜੀ, ਔਰ ਇਹ ਸਾੜੀਆਂ ਮਸ਼ਹੂਰ ਰਹੀਆਂ ਹਨ ਰੇਸ਼ਮੀ ਪੱਲੂ ਦੇ ਨਾਲ ਸੂਤੀ ਸ਼ਰੀਰ। ਮਤਲਬ ਕਿ ਕਿਸ ਚੀਜ਼ ਲਈ ਫੇਮਸ ਹੈ ਕਿ ਇਹਨਾਂ ਦਾ ਜੋ ਪੱਲੂ ਹੁੰਦਾ ਆ ਉਹ ਹੁੰਦਾ ਹੈ ਰੇਸ਼ਮ ਦਾ ਬਣਿਆ ਹੋਇਆ, ਬਟ ਜੋ ਬਾਡੀ ਹੁੰਦੀ ਹੈ ਪੂਰੀ, ਜੋ ਮਤਲਬ ਸ਼ਰੀਰ ਦੇ ਦੁਆਲੇ ਲਪੇਟੀ ਜਾਂਦੀ ਹੈ, ਉਹ ਜਿਹੜੀ ਹੁੰਦੀ ਹੈ ਉਹ ਸੂਤੀ ਦੀ ਬਣੀ ਹੁੰਦੀ ਹੈ। ਇਹ ਗੜਵਾਲ ਸਾੜੀ ਜੋ ਹੈਗੀ ਹੈ ਤੇਲੰਗਾਨਾ ਦੀ, ਇਹ ਇਸ ਚੀਜ਼ ਲਈ ਫੇਮਸ ਹੈ ਕਿਉਂਕਿ ਦੋ ਚੀਜ਼ਾਂ यूज हो रही ने, रेशम और सूती। रेशम दे बॉर्डर्स और पल्ले बनते ने, सूती दे नाल बाकी सारा जो फैब्रिक वो तैयार होता है। उस तो बाद नेक्स्ट हैगा इलकल साड़ी फ्रॉम कर्नाटका। हुण इलकल जिहड़ी साड़ी हैगी है बागलकोट जिले दे इलकल कस्बे विच उत्पादन किया, और ताही करके जिहड़ा इहदा नाम है वो इलकल पै गया, ठीक है, क्योंकि उत्थे उत्पादन होया इहदा, जिसनू कसूती कहा जाता है। कर्नाटक दे लोक कढ़ाई दा एक रिवायती रूप है, क्योंकि इहदे उपर इलकल साड़ी उपर सानू कसूती वर्क मिलेगा, ठीक है, कसूती वर्क किया होएगा, और कसूती वर्क जिहड़ी है कर्नाटक दी फेमस है ना। और इलकल साड़ी विच कढ़ाई विच गोपुरा, रथ, पालकी, हाथी, मोर वर्गे पैटर्न जिहड़े बनाए जाते हैं। हुण तुहाडे कोल पिक्चर भी दिख रही होनी जिहदे विच मोर पैटर्न बने हुए आ और ज्योमैट्रिकल टाइप फ्लावर्स बने हुए आ। इहदे उपर ज्यादातर सानू इस तरह दे ही पैटर्न्स मिलणगे, जिहदे करके कर्नाटक साड़ी जिहड़ी है वो इलकल साड़ी उत्थे फेमस है। उस तो बाद नेक्स्ट आंदा साडे को कांथा साड़ी बांग्लादेश एंड वेस्ट बंगाल। हुण कांथा साड़ी साडी बांग्लादेश और वेस्ट बंगाल दी फेमस साड़ी हैगी है, जिहदे उपर कांथा कढ़ाई नूं नक्शी कांथा नाल भी जानिया जांदा है। हुण इहदे उपर जो कांथा कढ़ाई कीती हुंदी है उहनूं असीं की कह सकदे हां, नक्शी कांथा भी कह सकदे हां। और ज्यादातर एक ही है बंगाल, वेस्ट बंगाल और बंगाल दियां औरतां जो कांथा साड़ी वियर करदियां ने, ਇਹ ਜ਼ਿਆਦਾਤਰ ਸਾਨੂੰ ਕਾਟਨ ਦੇ ਫੈਬਰਿਕ ਉੱਪਰ ਹੀ ਮਿਲਦੀਆਂ ਨੇ। ਉਸ ਤੋਂ ਬਾਅਦ ਨੈਕਸਟ ਹੈਗਾ ਕੇਰਲਾ ਸਾੜੀ। ਹੁਣ ਕੇਰਲਾ ਦੀ ਜਿਹੜੀ ਸਾੜੀ ਹੈ ਉਹਨੂੰ ਉਹ ਹੈਗੀ ਹੈ ਮੁੰਡਮ ਨੇਰਥਮ ਨਾਲ ਲਗਭਗ ਜੁੜੀਆਂ ਹੋਈਆਂ ਹਨ। ਮੁੰਡਮ ਨੇਰਥਮ ਕੀ ਹੈ, ਉੱਥੇ ਦੀ ਸਟੇਟ, ਉੱਥੇ ਦਾ ਸ਼ਹਿਰ ਹੈ ਇੱਕ, ਹੈ ਨਾ, ਜਿਹਦੇ ਨਾਲ ਇਹ ਜੁੜੀਆਂ ਹੁੰਦੀਆਂ ਨੇ ਕੇਰਲਾ ਦੀਆਂ ਸਾੜੀਆਂ। ਔਰ ਇਹਦੀ ਸਪੈਸ਼ਲਿਟੀ ਹੁੰਦੀ ਹੈ ਕਿ ਇਹ ਸਾਨੂੰ ਕਰੀਮ ਕਲਰ ਦੇ ਵਿੱਚ, ਵਾਈਟ ਕਲਰ ਦੇ ਵਿੱਚ 골ਡਨ ਬਾਰਡਰਸ ਦੇ ਨਾਲ ਮਿਲਦੀਆਂ ਨੇ, ਔਰ ਉਹਦੇ ਉੱਪਰ ਅਗਰ ਐਮਬਰਾਇਡਰੀ ਦਾ ਵਰਕ ਕੀਤਾ ਹੈ ਤਾਂ ਸਾਨੂੰ ਉਹ ਵੀ ਮਿਲ ਸਕਦਾ ਹੈ, ਬਟ ਇਹ ਸਾਨੂੰ ਜ਼ਿਆਦਾਤਰ ਇਸੇ ਸ਼ੈਲੀ ਵਿੱਚ ਹੀ ਮਿਲਣਗੀਆਂ। ਇਹ ਦੋ ਕਲਰਸ ਦੇ ਵਿੱਚ ਸਾਨੂੰ ਮਿਲਣਗੀਆਂ, ਔਰ ਇਹੀ ਉੱਥੇ ਦੀ ਸਪੈਸ਼ਲਿਟੀ ਹੈ, ਇਹੀ ਇਸ ਸਾੜੀ ਦੀ ਸਪੈਸ਼ਲਿਟੀ ਹੈ ਜੋ ਇਹਦੇ 골ਡਨ ਬਾਰਡਰਸ ਔਰ 골ਡਨ ਵਰਕ ਕੀਤਾ ਹੁੰਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਕੋਟਾ ਡੋਰੀਆ ਸਾੜੀ ਫਰੋਮ ਕੋਟਾ। ਹੁਣ ਕੋਟਾ ਡੋਰੀਆਂ ਸਾੜੀਆਂ ਬਹੁਤ ਜ਼ਿਆਦਾ ਫੇਮਸ ਨੇ ਔਰ ਪੈਚ ਲਈ ਜਾਣੀਆਂ ਜਾਂਦੀਆਂ ਨੇ, ਮਤਲਬ ਕਿ ਇਹਦੇ ਉੱਪਰ ਪੈਚ ਵਰਕ ਕੀਤਾ ਹੁੰਦਾ। ਕੋਟਾ ਡੋਰੀਆ ਜੋ ਸਾੜੀਆਂ ਨੇ ਇਹਦੇ ਉੱਪਰ ਪੈਚ ਵਰਕ ਜ਼ਿਆਦਾ ਸਾਨੂੰ ਮਿਲ ਜਾਂਦਾ। ਦੇਖੋ ਤੁਹਾਡੇ ਕੋਲ ਸਾੜੀ ਵੀ ਦਿਖ ਰਹੀ ਹੈ ਜਿਹਦੇ ਉੱਪਰ ਰੀਬਨ ਦਾ ਪੈਚ ਵਰਕ ਕੀਤਾ ਹੋਇਆ, ਯਾਨੀ ਰੀਬਨ ਵਰਕ ਕੀਤਾ ਹੋਇਆ, ਔਰ ਇਹ ਇਸ ਖੇਤਰ ਦੀਆਂ ਸਭ ਤੋਂ ਫੇਮਸ ਸਾੜੀਆਂ ਨੇ। ਕੋਟਾ ਡੋਰੀਆ ਜਿਹੜੀ ਕੋਟਾ ਦੀਆਂ ਸਭ ਤੋਂ ਫੇਮਸ ਸਾੜੀਆਂ ਨੇ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਂਦੀ ਹੈ ਬਾਲੂਚਰੀ ਸਾੜੀ ਫਰੋਮ ਵੈਸਟ ਬੰਗਾਲ। ਹੁਣ ਵੈਸਟ ਬੰਗਾਲ ਦੀ ਜੋ ਬਾਲੂਚਰੀ ਸਾੜੀ ਹੈਗੀ ਆ ਬਹੁਤ ਜ਼ਿਆਦਾ ਫੇਮਸ ਹੈਗੀ ਹੈ, ਔਰ ਬਿਸ਼ਨੂਪੁਰ ਵਿੱਚ ਜ਼ਿਆਦਾ, ਪੱਛਮੀ ਬੰਗਾਲ ਵਿੱਚ ਜ਼ਿਆਦਾ ਇਹ ਬਣਦੀਆਂ ਔਰ ਪਾਈਆਂ ਜਾਂਦੀਆਂ ਨੇ। ਬਾਲੂਚਰੀ ਸਾੜੀ ਨੂੰ ਭਾਰਤ ਵਿੱਚ ਭੂਗੋਲਿਕ ਸੰਕੇਤ ਦਾ ਦਰਜਾ ਦਿੱਤਾ ਗਿਆ। ਹੁਣ ਇਹ ਜਿਹੜੀਆਂ ਭੂਗੋਲਿਕ ਖੇਤਰ ਵਿੱਚ ਆਉਂਦੀਆਂ ਨੇ, ਔਰ ਇਹਨੂੰ ਕੀ ਹੈ ट्रेडिशन, उत्थे बालूचरी साड़ी वेस्ट बंगाल दी ट्रेडिशन मनी जाती है, क्योंकि ਇਹਦੇ ਉੱਪਰ ਸਾਨੂੰ ਜੋ ਪੈਟਰਨਸ ਮਿਲਦੇ ਨੇ ਉਹ ਜਿਓਮੈਟ੍ਰੀਕਲ ਪੈਟਰਨਸ ਮਿਲਦੇ ਨੇ, ਹੈ ਨਾ, ਔਰ ਇਹਦੇ ਬਾਰਡਰ ਔਰ ਜੋ ਫੈਬਰਿਕ ਹੈ ਇਹਦੇ ਵਿੱਚ ਸਾਨੂੰ ਬੁਣਾਈ ਦੇ ਵਿੱਚ ਜੋ ਫਰਕ ਦੇਖਣ ਨੂੰ ਮਿਲੂਗਾ, ਔਰ ਇਹ ਜ਼ਿਆਦਾਤਰ ਸਾਨੂੰ ਸਿਲਕ ਦੇ ਫੈਬਰਿਕ ਦੇ ਵਿੱਚ ਔਰ ਕਾਟਨ ਦੇ ਫੈਬਰਿਕ ਦੇ ਵਿੱਚ ਸਾਨੂੰ ਬਾਲੂਚਰੀ ਸਾੜੀਆਂ ਜੋ ਵੈਸਟ ਬੰਗਾਲ ਤੋਂ ਮਿਲ ਜਾਣਗੀਆਂ। ਉਸ ਤੋਂ ਬਾਅਦ ਹੈਗਾ ਮੰਗਲਗਿਰੀ ਸਾੜੀ ਆਂਧਰ ਪ੍ਰਦੇਸ਼।
ਪ੍ਰਦੇਸ਼। ਹੁਣ ਆਂਧਰਾ ਪ੍ਰਦੇਸ਼ ਦੀ ਜੋ ਮੰਗਲਗਿਰੀ ਸਾੜੀ ਉਹ ਉੱਥੇ ਦੀ ਫੇਮਸ ਹੈਗੀ ਹੈ। ਦਸਤਕਾਰੀ ਰੂਪ ਦੇ ਵਿੱਚ ਰਜਿਸਟਰ ਹੋਈਆਂ ਹਨ। ਮੰਗਲਗਿਰੀ ਸਾੜੀਆਂ ਕਈ ਕਿਸਮਾਂ ਵਿੱਚ ਬਹੁਤ ਵਿਲੱਖਣ ਹਨ। ਹੁਣ ਇਹਦੀ ਵਿਲੱਖਣਤਾ ਕੀ ਹੁੰਦੀ ਹੈ? ਇਹਦੀ ਕਿਸਮ ਔਰ ਇਹਦੀ ਵਿਲੱਖਣਤਾ ਇਹ ਹੁੰਦੀ ਹੈ ਕਿ ਇਹਦੇ ਜੋ ਬਾਰਡਰਸ ਹੁੰਦੇ ਨੇ ਉਹਨਾਂ ਦੇ ਬਾਰਡਰ ਕੀਤੇ ਹੋਏ ਸਾਨੂੰ ਮਿਲਦੇ ਨੇ, ਹੈਨਾ। ਬਾਕੀ ਜੋ ਸਾੜੀਆਂ ਨੇ ਇਹਦੇ ਪ੍ਰਿੰਟਡ ਵੀ ਮਿਲਦੀਆਂ ਨੇ ਔਰ ਸਾਨੂੰ ਪਲੇਨ ਵੀ ਮਿਲ ਜਾਂਦੀਆਂ ਨੇ, ਬਟ ਇਹਦੇ ਸਾਈਡਾਂ ਤੇ ਜੋ ਬਾਰਡਰ ਵਰਕ ਮਿਲਦਾ ਹੈ ਉਹ ਇਹਦੀ ਸਪੈਸ਼ਲਿਟੀ ਹੈਗੀ ਹੈ ਮੰਗਲਗਿਰੀ ਦੀ। ਔਰ ਮੰਗਲਗਿਰੀ ਜੋ ਹੈ ਆਂਧਰਾ ਪ੍ਰਦੇਸ਼ ਦੀ ਫੇਮਸ ਸਾੜੀ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਗੋਟਾ ਪੱਟੀ ਸਾੜੀ ਫਰੋਮ ਰਾਜਸਥਾਨ। ਹੁਣ ਰਾਜਸਥਾਨ ਦੀ ਗੋਟਾ ਪੱਟੀ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਹੈ ਕਿਉਂਕਿ ਰਾਜਸਥਾਨ ਵਿੱਚ ਜ਼ਿਆਦਾ ਗੋਟਾ ਪੱਟੀ ਦਾ ਕੰਮ ਕੀਤਾ ਜਾਂਦਾ ਔਰ ਉੱਥੇ ਦੇ ਟ੍ਰੈਡੀਸ਼ਨਲ ਵਿਆਹ ਸ਼ਾਦੀਆਂ ਦੇ ਵਿੱਚ ਗੋਟਾ ਪੱਟੀ ਸਾੜੀ ਜੋ ਹੈ ਉਹ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ ਕਿਉਂਕਿ ਪਾਰਟੀ ਵੇਅਰ ਸਾੜੀਆਂ ਹੁੰਦੀਆਂ ਨੇ, ਪਾਰਟੀ ਚ ਪਾਉਣ ਵਾਲੀਆਂ ਹੁੰਦੀਆਂ ਨੇ ਤੇ ਗੋਟੇ ਦੇ ਨਾਲ ਉਹਦੀ ਜੋ ਲੁੱਕ ਹੈ ਉਹ ਕਾਫੀ ਅਟਰੈਕਟਿਵ ਲੱਗਦੀ ਹੈ, ਜਿਹਦੇ ਕਰਕੇ ਜ਼ਿਆਦਾਤਰ ਉੱਥੇ ਦੀਆਂ ਪਾਰਟੀ ਵੀਅਰ ਹੈ। ਕਿਉਂਕਿ ਗੁਜਰਾਤ ਵੈਸੇ ਹੀ ਗੋਟਾ ਵਰਕ ਲਈ ਕਾਫੀ ਫੇਮਸ ਹੈਗਾ ਔਰ ਗੋਟਾ ਵਰਕ ਉੱਥੇ ਹਰ ਕਿਸਮ ਦੇ ਵਿੱਚ ਸਾਨੂੰ ਮਿਲ ਜਾਂਦਾ। ਰਾਜਸਥਾਨ ਦੇ ਵਿੱਚ ਮਤਲਬ ਕਿ ਉੱਥੇ ਦਾ ਫੇਮਸ ਵਰਕ ਸਾਡਾ ਗੋਟਾ ਪੱਟੀ ਹੋਣ ਕਰਕੇ ਸਾਨੂੰ ਗੋਟਾ ਵਰਕ ਦਾ ਕੰਮ ਜਿਹੜਾ ਹੈ ਸਾਨੂੰ ਜ਼ਿਆਦਾ ਰਾਜਸਥਾਨ ਵਿੱਚੋਂ ਮਿਲ ਜਾਏਗਾ। ਉਸ ਤੋਂ ਬਾਅਦ ਨੈਕਸਟ ਆਂਦਾ ਭਾਗਲਪੁਰੀ ਸਾੜੀ ਫਰੋਮ ਬਿਹਾਰ। ਹੁਣ ਬਿਹਾਰ ਦੀ ਭਾਗਲਪੁਰੀ ਸਾੜੀ ਜੋ ਹੈ ਰੇਸ਼ਮ ਲਈ ਜਾਣੀ ਜਾਂਦੀ ਹੈ, ਮਤਲਬ ਕਿ ਰੇਸ਼ਮ ਫੈਬਰਿਕ ਦੇ ਉੱਪਰ ਸਾਨੂੰ ਮਿਲ ਜਾਂਦੀਆਂ ਨੇ ਔਰ ਇਹਦੇ ਉੱਪਰ ਕੁਦਰਤੀ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਮਤਲਬ ਕਿ ਜੋ ਨੈਚੁਰਲ ਕਲਰਸ ਨੇ ਇਹਨੂੰ ਰੰਗਣ ਵਾਸਤੇ ਉਸਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਹਦੇ ਕਰਕੇ ਉਹ ਰੰਗ ਟਿਕਾਊ ਰਹਿੰਦੇ ਨੇ ਔਰ ਜਲਦੀ ਉਤਰਦੇ ਨਹੀਂ, ਠੀਕ ਹੈ, ਕਿਉਂਕਿ ਕੁਦਰਤੀ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਔਰ ਜਿਹਦੇ ਕਰਕੇ ਉਹ ਟਿਕਾਊ ਸਾੜੀਆਂ ਰਹਿੰਦੀਆਂ ਨੇ ਔਰ ਉਹ ਜਲਦੀ ਮਤਲਬ ਕਿ ਉਹਨਾਂ ਦੇ ਰੰਗ ਖਰਾਬ ਨਹੀਂ ਪੈਂਦੇ। ਇਹ ਉੱਥੇ ਦੀ ਸਪੈਸ਼ਲਿਟੀ ਹੈ ਭਾਗਲਪੁਰ ਸਾੜੀ ਦੀ ਫਰੋਮ ਬਿਹਾਰ। ਉਸ ਤੋਂ ਬਾਅਦ ਹੈ ਢਕਾਈ ਸਾੜੀ ਫਰੋਮ ਬੰਗਲਾਦੇਸ਼। ਹੁਣ ਬੰਗਲਾਦੇਸ਼ ਦੀ ਢਾਕਾ ਜਾਮਦਾਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਹੁਣ ਜਿਹੜੀ ਢਕਾਈ ਸਾੜੀ ਹੈਗੀ ਹੈ ਢਾਕਾ ਜਾਮਦਾਨੀ ਦੇ ਤੌਰ ਤੇ ਉਸਨੂੰ ਜਾਣਿਆ ਜਾਂਦਾ ਹੈ ਔਰ ਮਲਟੀਪਲ ਡਿਜ਼ਾਈਨ ਇਹਦੇ ਉੱਪਰ ਸਾਨੂੰ ਮਿਲ ਜਾਂਦੇ ਨੇ, ਜਿਵੇਂ ਕਿ ਵਿਕਾਸ ਉੱਪਰ ਸ਼ਕਤੀ ਅਤੇ ਵਿਆਹੁਤਾ ਆਨੰਦ, ਮਤਲਬ ਕਿ ਅਗਰ ਵਿਕਾਸ ਔਰ ਸ਼ਕਤੀ ਔਰ ਵਿਆਹੁਤਾ ਜੋ ਅਸੀਂ ਕਿਸੇ ਨੂੰ ਸਾੜੀਆਂ ਜੋ ਆ ਸਿਰਫ ਵੀਅਰ ਕਰਨ ਲਈ ਨਹੀਂ ਹੁੰਦੀਆਂ, ਕਈ ਵੇਲੇ ਅਸੀਂ ਗਿਫਟ ਵੀ ਕਰਦੇ ਆ, ਹੈ ਨਾ। ਕਿਸੇ ਦੀ ਮੈਰਿਜ ਫੰਕਸ਼ਨਸ ਵਾਸਤੇ ਅਸੀਂ ਕਿਸੇ ਨੂੰ ਸਾੜੀ ਗਿਫਟ ਕਰਨੀ ਹੈ ਤਾਂ ਸਾਨੂੰ ਕੀ ਹੈ ਇਹ ਜੋ ਸਾੜੀਜ਼ ਨੇ ਇਹਨਾਂ ਦਾ ਜੋ ਟ੍ਰੈਡੀਸ਼ਨ ਹੈ, ਅਗਰ ਸਾਡੇ ਉਧਰਲੀ ਏਰੀਏ ਦੇ ਫਰੈਂਡਸ ਸਰਕਲ ਹੈਗੇ ਨੇ ਉਹ ਜਦੋਂ ਇੱਥੇ ਆਉਂਦੇ ਨੇ ਉਹ ਸਾਨੂੰ ਗਿਫਟ ਕਰਦੇ ਨੇ, ਆਪਣਾ ਟ੍ਰੈਡੀਸ਼ਨਲ ਗਿਫਟ ਕਰਦੇ ਨੇ, ਹੈ ਨਾ। ਤਾਂ ਜੋ ਕੀ ਹੈਗਾ ਇਹ ਸਾੜੀਆਂ ਜੋ ਹੁੰਦੀਆਂ ਨੇ ਇਹ ਸਪੈਸ਼ਲਿਟੀ ਹੁੰਦੀਆਂ ਨੇ ਹਰ ਜਗ੍ਹਾ ਦੀ, ਹਰ ਦੇਸ਼ ਦੀ, ਹਰ ਸਟੇਟ ਦੀ ਆਪਣੀ ਇੱਕ ਸਪੈਸ਼ਲਿਟੀ ਹੁੰਦੀ ਆ ਔਰ ਢਕਾਈ ਸਾੜੀ ਜੋ ਹੈ ਬੰਗਲਾਦੇਸ਼ ਦੀ ਸਪੈਸ਼ਲਿਟੀ ਹੈ ਕਿਉਂਕਿ ਉੱਥੇ ਦੀ ਬੁਣਾਈ, ਉੱਥੇ ਦਾ ਵਰਕ ਜੋ ਹੈ ਸਾਨੂੰ ਇਹਦੇ ਉੱਪਰ ਦੇਖਣ ਨੂੰ ਮਿਲ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਕੋਟਾ ਸਾੜੀ ਫਰੋਮ ਰਾਜਸਥਾਨ ਐਂਡ ਯੂਪੀ। ਹੁਣ ਕੋਟਾ ਡੋਰੀਆ ਜਿਹੜੀ ਹੈ ਹਲਕੇ ਭਾਰ ਵਾਲਾ ਫੈਬਰਿਕ ਹੈ, ਮਤਲਬ ਕਿ ਹਲਕਾ ਭਾਰਾ ਫੈਬਰਿਕ ਹੁੰਦਾ ਹੈ, ਬਹੁਤਾ ਭਾਰਾ ਨਹੀਂ ਹੁੰਦਾ ਔਰ ਇਹ ਉੱਪਰ ਐਮਬਰਾਇਡਰੀ ਦੇ ਵੀ ਪ੍ਰਿੰਟਡ ਵੀ ਦੋਨੋਂ ਹੀ ਤਰੀਕਿਆਂ ਦੇ ਵਿੱਚ ਸਾਨੂੰ ਮਿਲ ਜਾਂਦਾ ਹੈ। ਔਰ ਕੀ ਹੈਗਾ ਇਹਦੀ ਸਪੈਸ਼ਲਿਟੀ ਕੀ ਹੁੰਦੀ ਹੈ, ਇਹ ਕਾਟਨ ਦੇ ਉੱਪਰ ਮਿਲ ਜਾਂਦੀ ਹੈ ਸਾਨੂੰ। ਕੋਟਾ ਡੋਰੀਆ ਜਿਹੜੀ ਹੈ ਸੂਤੀ ਦੇ ਉੱਪਰ ਸਾਨੂੰ ਵਰਕ ਕੀਤਾ ਮਿਲ ਜਾਂਦਾ ਹੈ ਔਰ ਇਹਦੇ ਵਾਸਤੇ ਜੋ ਹੈਗੀ ਹੈ ਰਿਵਾਇਤੀ ਤੰਦਾਂ ਔਰ ਰਿਵਾਇਤੀ ਜੋ ਤਕਨੀਕ ਹੈ ਉਹ ਇਸਤੇਮਾਲ ਕੀਤੀ ਜਾਂਦੀ ਹੈ, ਜਿਹਦੇ ਕਰਕੇ ਇਹ ਰਾਜਸਥਾਨ ਵਿੱਚ ਸਾਨੂੰ ਆਸਾਨੀ ਨਾਲ ਕੋਟਾ ਸਾੜੀ ਮਿਲ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਹੈ ਦਾ ਬਾਟਿਕ ਪ੍ਰਿੰਟ ਸਾੜੀ। ਹੁਣ ਬਾਟਿਕ ਪ੍ਰਿੰਟ ਸਾੜੀ ਨਾਮ ਹੀ ਦੱਸ ਰਹੀ ਹੈ ਕਿ ਇਹ ਪ੍ਰਿੰਟਡ ਸਾੜੀਆਂ ਨੇ, ਯਾਨੀ ਕਿ ਇਹਦੀ ਜੋ ਰੰਗਤ ਹੁੰਦੀ ਹੈ ਕਦੇ ਜਾਂਦੀ ਨਹੀਂ। ਬਾਟਿਕ ਪ੍ਰਿੰਟ ਸਾੜੀਆਂ ਦੀ ਇਹ ਰਿਵਾਇਤੀ ਕਾਰੀਗਰ ਹੈ ਜੋ ਵੱਖ-ਵੱਖ ਸੱਭਿਆਚਾਰਾਂ ਦੁਆਰਾ ਪ੍ਰੇਰਿਤ ਅਤੇ ਪ੍ਰਭਾਵਿਤ ਹੈ, ਮਤਲਬ ਕਿ ਰਿਵਾਇਤੀ ਸਾੜੀਆਂ ਨੇ ਬਾਟਿਕ ਪ੍ਰਿੰਟ ਸਾੜੀਆਂ ਔਰ ਕੈਜੂਅਲੀ ਵੇਅਰ ਕਰਨ ਲਈ ਹੀ ਬਹੁਤ ਜ਼ਿਆਦਾ ਵਧੀਆ ਨੇ ਬਾਟਿਕ ਪ੍ਰਿੰਟ ਸਾੜੀਜ਼, ਕਿਉਂਕਿ ਇਹ ਕਈ ਤਰ੍ਹਾਂ ਦੇ ਪ੍ਰਿੰਟਸ ਦੇ ਵਿੱਚ ਸਾਨੂੰ ਮਿਲ ਜਾਂਦੀਆਂ, ਠੀਕ ਹੈ। ਇਹਦੇ ਪ੍ਰਿੰਟਸ ਸਾਨੂੰ ਕਈ ਤਰ੍ਹਾਂ ਦੇ ਮਿਲ ਜਾਂਦੇ ਨੇ, ਸਾਨੂੰ ਚੁਆਇਸ ਕਰਨ ਨੂੰ ਮਿਲ ਜਾਂਦੇ ਨੇ, ਜਿਹਦੇ ਕਰਕੇ ਇਹ ਸਾੜੀਆਂ ਜੋ ਹੈਗੀਆਂ ਉਹ ਫੇਮਸ ਹੈ।
ਉਸ ਤੋਂ ਬਾਅਦ ਹੈਗਾ ਮਹੇਸ਼ਵਰੀ ਸਾੜੀ ਫਰੋਮ ਐਮਪੀ। ਹੁਣ ਐਮਪੀ ਦੀ ਸੂਤੀ ਅਤੇ ਸ਼ੁੱਧ ਰੇਸ਼ਮ ਫੈਬਰਿਕ ਦੇ ਉੱਪਰ ਇਹ ਮਹੇਸ਼ਵਰੀ ਸਾੜੀ ਸਾਨੂੰ ਮਿਲ ਜਾਂਦੀ ਹੈ, ਮਤਲਬ ਕਿ ਦੋਨੋਂ ਤਰ੍ਹਾਂ ਦੇ ਮਿਲ ਜਾਂਦੀ ਹੈ। ਔਰ ਇਹਦੀ ਜੋ ਸਪੈਸ਼ਲਿਟੀ ਹੈਗੀ ਉਹ ਜਰੀ ਔਰ ਬ੍ਰੋਕੇਟ ਦਾ ਕੰਮ ਹੈਗਾ ਜੋ ਇਹਦੇ ਉੱਪਰ ਕੀਤਾ ਜਾਂਦਾ ਹੈ, ਠੀਕ ਹੈ। ਔਰ ਮੱਧ ਪ੍ਰਦੇਸ਼ ਦੀ ਕਿਉਂਕਿ ਸਾੜੀ ਹੈਗੀ ਹੈ, ਮਹੇਸ਼ਵਰੀ ਫੈਬਰਿਕ ਮੁੱਖ ਤੌਰ ਤੇ ਮਹੇਸ਼ਵਰੀ ਸਾੜੀ ਨੂੰ ਡਿਜ਼ਾਈਨ ਕਰਨ ਵਿੱਚ ਵਰਤਿਆ ਜਾਂਦਾ ਹੈ। ਹੁਣ ਜੋ ਮਹੇਸ਼ਵਰੀ ਫੈਬਰਿਕ ਹੈ ਉਹ ਜ਼ਿਆਦਾਤਰ ਮਹੇਸ਼ਵਰੀ ਕੰਮ ਵਾਸਤੇ ਹੀ ਵਰਤਿਆ ਜਾਂਦਾ ਹੈ, ਔਰ ਇਹ ਜੋ ਸਾਨੂੰ ਸਾੜੀ ਹੈ ਇਹ ਮੱਧ ਪ੍ਰਦੇਸ਼ ਤੋਂ ਹੀ ਮਿਲ ਸਕਦੀ ਹੈ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਮੁੰਡਮ ਨ੍ਰਿਤਮ ਫਰੋਮ ਕੇਰਲਾ। ਹੁਣ ਮੁੰਡਮ ਨ੍ਰਿਤਮ ਜਿਹੜੀ ਕੇਰਲਾ ਦੀ ਸਾੜੀ ਹੈਗੀ ਹੈ, ਕੇਰਲਾ ਦੀਆਂ ਔਰਤਾਂ ਇਸ ਸਾੜੀ ਨੂੰ ਬਹੁਤ ਜ਼ਿਆਦਾ ਵੀਅਰ ਕਰਦੀਆਂ ਨੇ, ਕਿਉਂਕਿ ਕਾਟਨ ਸੂਤੀ ਸਾੜੀਆਂ ਹੁੰਦੀਆਂ ਨੇ ਔਰ ਕੈਜੂਅਲੀ ਇਹ ਜਿਹੜੀਆਂ ਕੇਰਲਾ ਦੀਆਂ ਜਿੰਨੀਆਂ ਵੀ ਸਾੜੀਆਂ ਨੇ ਉਹ ਸਾਨੂੰ ਜ਼ਿਆਦਾਤਰ ਵਾਈਟ ਫੈਬਰਿਕ ਉੱਪਰ ਮਿਲਣਗੀਆਂ। ਹੁਣ ਤੁਹਾਡੇ ਕੋਲ ਦਿਖ ਰਹੀ ਹੈ ਵਾਈਟ ਫੈਬਰਿਕ ਦੇ ਉੱਪਰ ਗ੍ਰੀਨ ਦਾ ਵਰਕ ਕੀਤਾ ਹੋਇਆ, ਮਤਲਬ ਕਿ ਗ੍ਰੀਨ ਬਾਰਡਰਸ ਬਣੇ ਹੋਏ ਨੇ, ਇਹਦੇ ਉੱਪਰ ਜ਼ਿਆਦਾ ਕਢਾਈਆਂ ਛਡਾਈਆਂ ਨਹੀਂ ਹੁੰਦੀਆਂ, ਨਾ ਜ਼ਿਆਦਾ ਵਰਕ ਕੀਤਾ ਹੋਇਆ ਹੁੰਦਾ, ਪਲੇਨ ਸਾੜੀਆਂ ਹੁੰਦੀਆਂ ਨੇ, ਸਿਰਫ ਬਾਰਡਰ ਮੇਨਟੇਨ ਕੀਤੇ ਹੁੰਦੇ ਨੇ। ਕੇਰਲਾ ਦੇ ਸਾੜੀਜ਼ ਦੀਆਂ ਇਹੀ ਸਪੈਸ਼ਲਿਟੀ ਹੈ। ਉਸ ਤੋਂ ਬਾਅਦ ਆਂਦੀ ਹੈ ਟਸਰ ਸਿਲਕ ਫਰੋਮ ਵੈਸਟ ਬੰਗਾਲ। ਹੁਣ ਵੈਸਟ ਬੰਗਾਲ ਦੀ ਜੋ ਟਸਰ ਸਿਲਕ ਹੈਗੀ ਹੈ ਉਹ ਬਹੁਤ ਫੇਮਸ ਹੈ। ਟਸਰ ਤੁਹਾਨੂੰ ਪਤਾ ਹੈ ਕਿ ਇੱਕ ਕਿਸਮ ਦਾ ਕੀੜਾ ਹੈਗਾ ਜੋ ਜਿਹਦੇ ਤੋਂ ਸਾਨੂੰ ਸਿਲਕ ਮਿਲ ਜਾਂਦੀ ਹੈ ਨਾ, ਜਿਸ ਕਰਕੇ ਉਹਨੂੰ ਟਸਰ ਸਿਲਕ ਬੋਲਦੇ ਆ। ਔਰ ਇਹ ਜਿਹੜੀਆਂ ਸਾੜੀਆਂ ਹੁੰਦੀਆਂ ਨੇ ਇਹ ਪਾਉਣ ਵਿੱਚ ਆਰਾਮਦਾਇਕ ਹੁੰਦੀਆਂ ਨੇ, ਕਿਉਂਕਿ ਜੋ ਇਹਨਾਂ ਦਾ ਫੈਬਰਿਕ ਹੁੰਦਾ ਬਹੁਤ ਲਾਈਟ ਵੇਟ ਫੈਬਰਿਕ ਹੁੰਦਾ। ਸਾਨੂੰ ਪ੍ਰਿੰਟਡ ਔਰ ਐਮਬਰਾਇਡਰੀ ਦੋਨਾਂ ਦੇ ਵਿੱਚ ਹੀ ਇਹ ਸਾੜੀਆਂ ਸਿਲਕ ਦੀਆਂ ਸਾਨੂੰ ਮਿਲ ਜਾਂਦੀਆਂ ਨੇ, ਟਸਰ ਸਿਲਕ ਫਰੋਮ ਵੈਸਟ ਬੰਗਾਲ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਮਸੂਰ ਸਿਲਕ ਸਾੜੀ ਫਰੋਮ ਮੈਸੂਰ। ਹੁਣ ਮੈਸੂਰ ਸਿਲਕ ਸਾੜੀ ਹੈ, ਮੈਸੂਰ ਉਹਦਾ ਨਾਮ ਹੈ, ਯਾਨੀ ਕਿ ਮੈਸੂਰ ਦੀ ਫੇਮਸ ਸਾੜੀ ਹੈਗੀ ਹੈ। ਔਰ ਇਹਦੀ ਜੋ ਸਪੈਸ਼ਲਿਟੀ ਹੁੰਦੀ ਹੈ ਉਹ ਹੈਗੀ ਹੈ ਇਹਦੇ ਉੱਪਰ ਸ਼ੁੱਧ ਸੋਨੇ ਦੀ ਜਰੀ ਦੀ ਵਰਤੋਂ, ਮਤਲਬ ਕਿ ਸ਼ੁੱਧ ਸੋਨੇ ਦੀ ਜਰੀ ਦਾ ਕੰਮ। ਤੁਹਾਡੇ ਕੋਲ ਸਾੜੀ ਦਿਖ ਰਹੀ ਹੈ ਕਿ ਸਾੜੀ ਫੁਲੀ ਪਲੇਨ ਹੈ, ਬਟ ਉਹਦਾ ਪੱਲੂ ਔਰ ਉਹਦਾ ਜੋ ਬਾਰਡਰ ਆ ਉਹਦੇ ਉੱਪਰ ਜਰੀ ਦਾ, ਸ਼ੁੱਧ ਜਰੀ ਦਾ ਕੰਮ ਕੀਤਾ ਹੋਇਆ, ਜਿਹਦੇ ਕਰਕੇ ਕੀ ਹੈ ਇਹ ਜੋ ਸਾੜੀ ਹੈਗੀ ਹੈ ਉੱਥੇ ਦੀ ਫੇਮਸ ਸਾੜੀ ਆ। ਹੁਣ ਜ਼ਿਆਦਾਤਰ ਸਾੜੀਆਂ ਦੇ ਵਿੱਚ ਸਾਡੇ ਕੋਲ ਬਾਰਡਰਸ ਮਿਲਦੇ ਆ, ਪੱਲੂ ਮਿਲ ਰਿਹਾ ਹੈ ਨਾ, ਔਰ ਇਹੀ ਜਿਹੜੀਆਂ ਪਰ ਇਹਨਾਂ ਦੇ ਸਟਾਈਲ ਵਿੱਚ ਫਰਕ ਆ, ਕਈ ਤਾਂ ਇੱਕੋ ਹੀ ਥ੍ਰੈਡ ਦੇ ਵਿੱਚ ਬੁਣ ਰਿਹਾ ਤੇ ਕਈ ਉਹਦਾ ਬਾਰਡਰ ਜੋ ਆ ਅਲੱਗ ਬੁਣਾਈ ਵਿੱਚ ਲਗਾ ਰਿਹਾ। ਬਸ ਇਹ ਉੱਥੇ ਦੀਆਂ ਸਪੈਸ਼ਲਿਟੀ ਹੈਗੀਆਂ ਨੇ ਜੋ ਇਸ ਸਾੜੀ ਨੂੰ ਅਲੱਗ ਕਰਦੀਆਂ ਨੇ ਇੱਕ ਦੂਸਰੇ ਤੋਂ। ਹੁਣ ਹੈਗੀ ਹੈ ਖੁਨ ਸਾੜੀ ਫਰੋਮ ਮਹਾਰਾਸ਼ਟਰ। ਹੁਣ ਉੱਤਰੀ ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਔਰਤਾਂ ਦੁਆਰਾ ਰਵਾਇਤੀ ਤੌਰ ਤੇ ਪਹਿਲ ਦਿੱਤੀ ਜਾਂਦੀ ਹੈ। ਜਿਹੜੀਆਂ ਉੱਥੇ ਦੀਆਂ ਔਰਤਾਂ ਨੇ ਉਹਨਾਂ ਨੂੰ ਉਹ ਜੋ ਅਗਰ ਉਹਨਾਂ ਦਾ ਫਰਸਟ ਚੁਆਇਸ ਹੁੰਦੀ ਆ ਉਹ ਖੂਨ ਸਾੜੀ ਹੁੰਦੀ ਹੈ। ਇਹ ਸੂਤੀ ਰੇਸ਼ਮੀ ਸ਼ੁੱਧ ਹੱਥ ਦੇ ਬੁਣੇ ਫੈਬਰਿਕ ਨਾਲ ਸਾਨੂੰ ਮਿਲ ਜਾਂਦੀਆਂ ਨੇ, ਮਤਲਬ ਕਿ ਸੂਤੀ ਔਰ ਰੇਸ਼ਮੀ ਬੁਣਾਈ ਦੇ ਨਾਲ ਸਾਨੂੰ ਇਹ ਸਾੜੀਆਂ ਜੋ ਹੈ ਮਿਲ ਜਾਂਦੀਆਂ ਨੇ। ਇਹਦੇ ਵਿੱਚ ਵੀ ਬਾਰਡਰ ਬਣੇ ਹੁੰਦੇ ਨੇ, ਜ਼ਿਆਦਾ ਵਰਕ ਨਹੀਂ ਕੀਤਾ ਹੁੰਦਾ, ਪਲੇਨ ਸਾੜੀਆਂ ਹੁੰਦੀਆਂ ਨੇ। ਬਾਰਡਰ ਵਰਕ ਜਿਹੜੇ ਹੁੰਦੇ ਨੇ ਉਹ ਇਹਦੇ ਉੱਪਰ ਸਾਨੂੰ ਮਿਲਦੇ ਨੇ, ਪੱਲਾ ਮਿਲ ਜਾਂਦਾ ਹੈ, ਔਰ ਜਿਹਦੇ ਨਾਲ ਕੀ ਹੈ ਇਹ ਸਾੜੀਆਂ ਉੱਥੇ ਦੀਆਂ ਕਾਫੀ ਫੇਮਸ ਸਾੜੀਆਂ ਔਰ ਔਰਤਾਂ ਦੀ ਪਹਿਲੀ ਚੁਆਇਸ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਸਲੇਮ ਸਿਲਕ ਸਾੜੀ ਫਰੋਮ ਤਮਿਲਨਾਡੂ। ਹੁਣ ਤਮਿਲਨਾਡੂ ਦੀ ਜੋ ਇਹਨੂੰ ਸਲੇਮ ਵੈਨਪੱਟੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਮਤਲਬ ਕਿ ਇਹਦਾ ਸੈਕਿੰਡ ਨੇਮ ਜਿਹੜਾ ਹੈ ਸਲਿਮ ਵੈਨਪੱਟੂ ਹੈ, ਜੇ ਇਹਨੂੰ ਉਹਦੇ ਨਾਲ ਵੀ ਬੁਲਾਇਆ ਜਾਂਦਾ ਹੈ। ਸਲੇਮ ਵਿੱਚ ਬੜੇ ਰੇਸ਼ਮੀ ਕੱਪੜਿਆਂ ਦਾ ਹਵਾਲਾ ਦਿੰਦੀ ਹੈ। ਹੁਣ ਇਹ ਜਿਹੜੀ ਸਾੜੀ ਹੈਗੀ ਹੈ ਰੇਸ਼ਮੀ ਸਾੜੀ ਹੈਗੀ ਹੈ ਜੋ ਵਿਆਹ ਸ਼ਾਦੀ ਆਦਿ ਮੌਕਿਆਂ ਤੇ ਉੱਥੇ ਦੀਆਂ ਔਰਤਾਂ ਜੋ ਹੈਗੀਆਂ ਤਮਿਲਨਾਡੂ ਦੀਆਂ ਔਰਤਾਂ ਉਹ ਵੀਅਰ ਕਰਦੀਆਂ ਨੇ, ਕਿਉਂਕਿ ਉਧਰਲਾ ਟ੍ਰੈਂਡ ਹੈਗਾ ਸਾੜੀ। ਤਾਂ ਸਾੜੀ ਮਤਲਬ ਕਿ ਕਾਫੀ ਉਹ ਯੂਜ਼ ਕਰਦੀਆਂ ਨੇ, ਤਾਂ ਉਹ ਹਰ ਇੱਕ ਤਰ੍ਹਾਂ ਦਾ ਟ੍ਰੈਂਡ ਅਪਣਾਉਂਦੀਆਂ ਨੇ, ਹੈ ਨਾ, ਹਰ ਇੱਕ ਤਰ੍ਹਾਂ ਦਾ ਸਾੜੀ ਨੂੰ ਵੀਅਰ ਕਰਨਾ ਚਾਹੁੰਦੀਆਂ ਨੇ। ਤੇ ਇਹ ਜੋ ਸਾੜੀ ਹੈ ਜ਼ਿਆਦਾਤਰ ਪਾਰਟੀ ਵੀਅਰ ਜੋ ਇਸਤੇਮਾਲ ਕੀਤੀ ਜਾਂਦੀ ਹੈ। ਨੈਕਸਟ ਆਂਦੀ ਹੈ ਪੱਟੂ ਸਾੜੀ ਫਰੋਮ ਤਮਿਲਨਾਡੂ। ਹੁਣ ਪੱਟੂ ਜਿਹੜੀ ਸਾੜੀ ਹੈ ਤਮਿਲਨਾਡੂ ਦੀ ਸਾੜੀ ਹੈ, ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਇਹ ਰੇਸ਼ਮੀ, ਇਹਦਾ ਟੈਕਸਚਰ ਤੁਹਾਨੂੰ ਸ਼ਾਈਨਿੰਗ ਵਾਲਾ ਦਿਖ ਰਿਹਾ ਔਰ ਸਾਨੂੰ ਪਤਾ ਲੱਗ ਰਿਹਾ ਕਿ ਰੇਸ਼ਮੀ ਟੈਕਸਚਰ ਹੈਗਾ, ਇਹਦਾ ਰੇਸ਼ਮ ਦੀ ਫੈਬਰਿਕ ਦੀ ਬਣਾਈ ਆ। ਔਰ ਦੇਖੋ ਇਹ 2-3 ਕਲਰਸ ਦੇ ਵਿੱਚ ਸਾਨੂੰ ਮਿਲ ਰਹੀ ਹੈ। ਔਰ ਇਹ ਜਿਹੜੀ ਇਸ ਦੀ ਜੋ ਰਿਵਾਇਤੀ ਹੈਗੀ ਆ
ਇਹ ਆਪਣੇ ਡਿਜ਼ਾਈਨਸ ਦੇ ਲਈ ਫੇਮਸ ਹੈ, ਠੀਕ ਹੈ। ਆਪਣੀ ਇੱਕ ਕਲਾਕ੍ਰਿਤੀ ਹੈਗੀ ਹੈ ਜਿਹਦੇ ਲਈ ਪੱਟੂ ਸਾੜੀ ਜੋ ਤਮਿਲਨਾਡੂ ਦੀ ਫੇਮਸ ਹੈ। ਮਤਲਬ ਕਿ ਅਗਰ ਕੋਈ ਚੀਜ਼ ਫੇਮਸ ਆ ਤਾਂ ਉਹਦੀ ਬੁਣਾਈ, ਉਹਦਾ ਟੈਕਸਚਰ ਜਾਂ ਉਹਦੀ ਪ੍ਰਿੰਟਿੰਗ ਉਹ ਇੱਕ ਅਲੱਗ ਚੀਜ਼ ਹੈ ਜਿਹਦੇ ਕਰਕੇ ਉਹ ਫੇਮਸ ਹੈਗੀਆਂ ਨੇ। ਉਸ ਤੋਂ ਬਾਅਦ ਨੈਕਸਟ ਆਂਦੀ ਹੈ ਚੇਤੀਨੜ ਸਾੜੀ ਫਰੋਮ ਤਮਿਲਨਾਡੂ। ਹੁਣ ਚੇਤੀਨੜ ਸਾੜੀ ਜਿਹੜੀ ਸੂਤੀ ਸਾੜੀ ਹੈ, ਹੁਣ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਸੂਤੀ ਸਾੜੀ ਹੈਗੀ ਹੈ। ਇਹਦੇ ਕੀ ਹੈ, ਬਾਰਡਰਸ ਬੜੇ ਹੁੰਦੇ ਨੇ, ਸਾਨੂੰ ਪ੍ਰਿੰਟਡ ਵੀ ਮਿਲ ਜਾਂਦੀਆਂ ਨੇ ਪਰ ਜ਼ਿਆਦਾ ਪ੍ਰਿੰਟ ਇਹਦੇ ਵਿੱਚ ਸਾਨੂੰ ਨਹੀਂ ਮਿਲਦੇ। ਬਾਰਡਰਸ ਜਿਹੜੇ ਆ, ਦੇਖੋ ਹੁਣ ਇਹਦਾ ਬਾਰਡਰ ਦੇਖੋ, ਮਤਲਬ ਨੀਚੇ ਕੱਪੜਾ ਛੱਡ ਕੇ ਸੈਂਟਰ ਵਿੱਚ ਬਾਰਡਰ, ਜੋ ਇਹਨਾਂ ਦੀ ਬੁਣਾਈਆਂ ਹੁੰਦੀਆਂ ਨੇ ਇਹਦੇ ਨਾਲ ਹੀ ਇਹ ਸਾੜੀਆਂ ਜਿਹੜੀਆਂ ਨੇ ਅਲੱਗ ਹੋ ਜਾਂਦੀਆਂ ਨੇ, ਠੀਕ ਹੈ। ਜੋ ਬੁਣਾਈ ਹੁੰਦੀ ਹੈ, ਜੋ ਵਰਕ ਹੁੰਦਾ ਹੈ, ਜੋ ਪੈਟਰਨਸ ਹੁੰਦੇ, ਉਹਦੇ ਨਾਲ ਹੀ ਇਹ ਸਾੜੀਆਂ ਇੱਕ ਦੂਜੇ ਤੋਂ ਡਿਫਰੈਂਟ ਹੁੰਦੀਆਂ ਨੇ, ਥੋੜੀਆਂ ਥੋੜੀਆਂ ਫਰਕ ਹੁੰਦੀਆਂ ਨੇ। ਹੁਣ ਉਸ ਤੋਂ ਬਾਅਦ ਹੈਗਾ ਕੁਵਾਈ ਕੋਰਾ ਸਾੜੀ ਫਰੋਮ ਤਮਿਲਨਾਡੂ। ਹੁਣ ਇਹ ਜਿਹੜੀ ਹੈ ਸੂਤੀ ਸਾੜੀ ਹੈ ਨਾ, ਔਰ ਇਹ ਕੁਵਾਈ ਕੋਰਾ ਜਿਹੜੀ ਹੈ ਉਹ ਤਮਿਲਨਾਡੂ ਦੀ ਜਿਹੜੀ ਸਾੜੀ ਹੈਗੀ ਹੈ ਆਮ ਤੌਰ ਤੇ ਚਮਕਦਾਰ ਰੰਗਾਂ ਦੀਆਂ ਹੁੰਦੀਆਂ ਹਨ। ਸ਼ਾਇਦ ਹੀ ਜਰੀ ਦਾ ਕੰਮ ਇਹਦੇ ਉੱਪਰ ਕੀਤਾ ਜਾਂਦਾ, ਯਾਨੀ ਕਿ ਇਹਦੇ ਉੱਪਰ ਜਰੀ ਵਰਕ ਨਹੀਂ ਮਿਲਦਾ, ਬਟ ਉਦਾਂ ਥੋੜੀ ਚਮਕ ਹੁੰਦੀ ਹੈ ਇਹਦੇ ਵਿੱਚ, ਪਰ ਜਰੀ ਦਾ ਕੰਮ ਨਹੀਂ ਹੋਏਗਾ। ਹੁਣ ਤੁਹਾਡੇ ਕੋਲ ਜੋ ਸਾੜੀ ਦਿਖ ਰਹੀ ਹੈ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਹਲਕਾ ਹਲਕਾ ਬਾਰਡਰ, ਔਰ ਬਾਰਡਰ ਉੱਪਰ ਡਿਜ਼ਾਈਨਿੰਗ ਹੈ। ਕੁਝ ਸਾੜੀਆਂ ਜਿਨ੍ਹਾਂ ਦਾ ਬਾਰਡਰ ਸਿੰਪਲ ਪਲੇਨ ਹੀ ਆ ਰਿਹਾ ਹੈ, ਠੀਕ ਹੈ, ਉਹ ਉਹਨਾਂ ਦੀ ਸਪੈਸ਼ਲਿਟੀ ਹੈ। ਬਟ ਇਸ ਸਪੈਸ਼ਲਿਟੀ ਕੀ ਹੈਗੀ ਇਸ ਦੀ ਕਿ ਬਾਰਡਰ ਦੇ ਉੱਪਰ ਵੀ ਸਾਨੂੰ ਡਿਜ਼ਾਈਨਿੰਗ ਮਿਲ ਰਹੀ ਹੈ, ਯਾਨੀ ਕਿ ਇਸ ਸਾੜੀ ਦੀ ਸਪੈਸ਼ਲਿਟੀ ਹੈ ਤਮਿਲਨਾਡੂ ਦੀ। ਹੁਣ ਇਹ ਜਿਹੜੀ ਸਾੜੀਆਂ ਨੇ ਇਹ ਸਾਰੀਆਂ ਇੱਕ ਆਪਣੀ ਪਹਿਚਾਨ ਬਣਾ ਕੇ ਬੈਠੀਆਂ ਹੋਈਆਂ ਨੇ, ਹੈ ਨਾ। ਆਪਾਂ ਕਿਸੇ ਵੀ ਸਟੇਟ ਵਿੱਚ ਜਾਂਦੇ ਆ, ਹੁਣ ਅਸੀਂ ਅਗਰ ਘੁੰਮਣ ਫਿਰਨ ਜਾਂਦੇ ਆ, ਅਸੀਂ ਸਪੋਜ਼ ਪੰਜਾਬ ਤੋਂ ਬਾਹਰ ਅਸੀਂ ਕੇਰਲਾ ਵਾਲੀ ਸਾਈਡ ਜਾ ਰਹੇ ਆ, ਤਾਂ ਅਸੀਂ ਉੱਥੇ ਦੀ ਜ਼ਰੂਰ ਕੋਈ ਨਿਸ਼ਾਨੀ ਖਰੀਦ ਕੇ ਜ਼ਰੂਰ ਘਰ ਲੈ ਕੇ ਆਉਂਦੇ ਆ, ਹੈ ਨਾ। ਇਹ ਸਾਡਾ ਮਤਲਬ ਕਿ ਕਹਿ ਲਓ ਕਿ ਇੱਕ ਯਾਦ ਹੁੰਦੀ ਹੈ ਕਿ ਅਸੀਂ ਗਏ ਆ ਤਾਂ ਅਸੀਂ ਉੱਥੋਂ ਆਪਣੇ ਵਾਸਤੇ ਕੁਝ ਨਿਸ਼ਾਨੀਆਂ ਜੋ ਹੈ ਲੈ ਕੇ ਆਏ ਆ, ਜਾਂ ਕਿਸੇ ਨੂੰ ਦੇਣ ਵਾਸਤੇ ਅਸੀਂ ਕਿ ਅਸੀਂ ਉੱਥੇ ਗਏ ਸੀ, ਆਪਣੇ ਖਾਸ ਮੈਂਬਰਸ ਨੂੰ ਦੇਣ ਵਾਸਤੇ ਅਸੀਂ ਉੱਥੇ ਦੀ ਕੋਈ ਸਪੈਸ਼ਲ ਚੀਜ਼ ਲੈ ਕੇ ਆਉਂਦੇ ਆ। ਔਰ ਜੋ ਔਰਤਾਂ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਕਿੱਧਰ ਨੂੰ ਐਕਸਾਈਟਿਡ ਹੁੰਦੀਆਂ ਨੇ ਔਰ ਕੀ ਲੈਣਾ ਚਾਹੁੰਦੀਆਂ ਨੇ, ਯਾਨੀ ਕਿ ਉਹਨਾਂ ਦਾ ਜ਼ਿਆਦਾ ਜੋ ਜ਼ੋਰ ਹੁੰਦਾ ਉਹ ਕੱਪੜਿਆਂ ਵੱਲ ਹੁੰਦਾ। ਤਾਂ ਜੋ ਸਾੜੀ ਪਾਉਣ ਵਾਲੀਆਂ ਔਰਤਾਂ ਨੇ ਉਹ ਜ਼ਿਆਦਾਤਰ ਕੀ ਕਰਦੀਆਂ ਨੇ, ਸਾੜੀ ਵੱਲ ਨੂੰ ਜਾਂਦੀਆਂ ਨੇ, ਸਾੜੀ ਗਿਫਟ ਕਰਦੀਆਂ ਨੇ। ਜਦੋਂ ਕਦੇ ਅਸੀਂ ਇੱਧਰਲੇ ਸਟੇਟਸ ਵੱਲ ਜਾਂਦੇ ਆ ਤਾਂ ਅਸੀਂ ਜ਼ਰੂਰ ਇੱਥੇ ਦੀਆਂ ਸਾੜੀਆਂ ਲੈ ਕੇ ਆਉਂਦੇ ਆ। ਔਰ ਹੁਣ ਤਾਂ ਮੈਂ ਤੁਹਾਨੂੰ ਟ੍ਰੈਡੀਸ਼ਨ ਇੱਥੇ ਇੱਕ ਜਗ੍ਹਾ ਤੇ ਇੱਕ ਪੀਪੀਟੀ ਦੇ ਵਿੱਚ ਹੀ ਦੱਸ ਦਿੱਤਾ ਕਿ ਟ੍ਰੈਡੀਸ਼ਨ ਇੱਥੇ ਦਾ ਇਹ ਹੈ, ਬਟ ਕਈ ਵੇਲੇ ਅਸੀਂ ਕਿਸੇ ਸਟੇਟ ਜਾਂਦੇ ਆ, ਸਾਨੂੰ ਟ੍ਰੈਡੀਸ਼ਨ ਨਹੀਂ ਪਤਾ ਹੁੰਦਾ, ਸਾਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਇੱਥੇ ਦਾ ਇਹ ਟ੍ਰੈਡੀਸ਼ਨ ਹੈਗਾ, ਠੀਕ ਹੈ, ਇੱਥੇ ਦੀ ਇਹ ਰਿਵਾਇਤ ਹੈਗੀ ਹੈ, ਇੱਥੇ ਦੀ ਰਿਵਾਇਤੀ ਚੀਜ਼ ਆ ਹੈਗੀ ਹੈ ਨਾ, ਫਿਰ ਅਸੀਂ ਉਹ ਖਰੀਦ ਕੇ ਲਿਆਂਦੇ ਆ। ਤਾਂ ਇਸ ਕਰਕੇ ਜੋ ਮਤਲਬ ਕਿ ਇੱਕ ਸਟਾਈਲ ਪਾ ਪਾ ਕੇ ਬੋਰ ਹੋ ਜਾਂਦੀਆਂ ਨੇ, ਇਹ ਜੋ ਸੀਗਾ ਇਹ ਉਹਨਾਂ ਵਾਸਤੇ ਸੀ ਕਿ ਉਹਨਾਂ ਨੂੰ ਟ੍ਰੈਡੀਸ਼ਨਸ ਦੱਸਿਆ ਹੋਇਆ ਸੀ ਕਿ ਸਾੜੀਆਂ ਪਿੱਛੇ ਸਾਡਾ ਟ੍ਰੈਡੀਸ਼ਨ ਕੀ ਹੈਗਾ। ਔਰ ਕਿਉਂਕਿ ਸੂਟ ਜ਼ਿਆਦਾ ਇੱਧਰਲੀ ਸਾਈਡ ਚੱਲਦੇ ਆ, ਪੰਜਾਬ ਹੋ ਗਿਆ, ਇੱਧਰ ਹਰਿਆਣਾ ਹੋ ਗਿਆ, ਹੈ ਨਾ, ਇੱਧਰਲੀ ਸਾਈਡ ਜ਼ਿਆਦਾ ਸੂਟ ਚੱਲਦੇ ਨੇ। ਬਟ ਜਿੰਨਾ ਜਿੰਨਾ ਅਸੀਂ ਸਾਊਥ ਵੱਲ ਜਾਂਦੇ ਜਾਂਦੇ ਆ ਉਹਨਾਂ ਸਾਡੇ ਉਧਰਲੇ ਪਾਸੇ ਸਾੜੀਆਂ ਚਲਦੀਆਂ ਨੇ, ਠੀਕ ਹੈ। ਇਹ ਮੇਰਾ ਅੱਜ ਦਾ ਚੈਪਟਰ ਸੀ। ਰਿਗਾਰਡਿੰਗ ਕਿਸੇ ਦੇ ਕੋਈ ਕੁਐਰੀ ਹੋਵੇ ਜਾਂ ਕੁਝ ਕਹਿਣਾ ਚਾਹੁੰਦਾ ਹੋਵੇ ਤਾਂ ਉਹ ਆਪਣਾ ਕਹਿ ਸਕਦਾ। Anyone? ਹਾਂਜੀ ਮੈਮ। ਹਾਂਜੀ 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 ਮੈਮ, ਆਵਾਜ਼ ਨਹੀਂ ਆ ਰਹੀ ਤੁਹਾਡੀ। ਮੈਂ ਕਿਹਾ ਜਿਹੜੇ ਤੁਸੀਂ ਅੱਜ ਲੈਕਚਰ ਲੈ ਕੇ ਆਏ ਨਾ ਸਾੜੀ ਤੇ, ਔਰ ਤੁਹਾਡੀ ਇੱਕ ਇੱਕ ਗੱਲ ਸਹੀ ਹੈ, ਇੱਕ ਇੱਕ ਸ਼ਬਦ ਜਿਹਨੂੰ, ਕਿਉਂਕਿ ਜਦੋਂ ਵੀ ਮੈਂ ਕਿਸੇ ਅਦਰ ਸਟੇਟ ਤੇ ਘੁੰਮਣ ਜਾਂਦੀ ਹਾਂ ਮੈਂ ਸਾੜੀਆਂ ਲੈ ਕੇ ਆਉਂਦੀ ਹਾਂ, ਔਰ ਤੁਸੀਂ ਮੈਨੂੰ ਕੁਝ ਇਹੋ ਜਿਹੀਆਂ ਵੈਰਾਈਟੀਜ਼ ਦੱਸਦੀਆਂ ਜਿਹੜੀਆਂ ਮੈਨੂੰ ਯਾਦ ਵੀ ਸੀ ਰਹਿੰਦੀਆਂ। ਹੁਣ ਮੈਂ ਆਹ ਸਾਰਾ ਆਪਣੇ ਨਾਲ ਰੱਖਾਂਗੀ, ਜਦੋਂ ਚਾਹਾਂਗੀ ਹੋਰ ਜ਼ਿਆਦਾ ਲੈ ਕੇ ਆਵਾਂਗੀ, ਕਿਉਂਕਿ ਮੈਨੂੰ ਵੀ ਜ਼ਰੂਰ ਲੈ ਕੇ ਆਈਓ। ਬਾਏ ਨਾ, ਬਹੁਤ ਅੱਛਾ ਲੈਕਚਰ ਸੀਗਾ। ਬਲਕਿ ਇੰਨਾ ਕੁਛ ਤੁਸੀਂ ਢਾਕਾ ਦੀ ਮਲਮਲ ਦੀ ਸਾੜੀ ਦੇ ਬਾਰੇ ਵੀ ਜ਼ਿਕਰ ਕੀਤਾ ਕਿ ਇੰਨੀਆਂ ਫੇਮਸ ਨੇ ਸਾਰੀਆਂ ਸਟੇਟਸ ਦੀਆਂ ਸਾੜੀਆਂ, ਤੇ ਬਹੁਤ ਅੱਛਾ ਲੱਗਦਾ ਹੈਗਾ। ਤੁਸੀਂ ਬਹੁਤ ਵਧੀਆ ਲੈਕਚਰ ਤਿਆਰ ਕੀਤਾ, ਥੈਂਕ ਯੂ ਮੈਡਮ।
ओके ओके थैंक यू। मुस्कान हाथ रेज कर रही है। मुस्कान अपना क्वेश्चन करो। ਹੈਲੋ हाँ जी ਸਤਿ ਸ਼੍ਰੀ ਅਕਾਲ सत श्री अकाल। ਮਨਜਿੰਦਰ ਮੈਡਮ ਬੋਲ ਰਹੀ ਹਾਂ हाँ ਗਵਰਨਮੈਂਟ जी ਹੈਗੀ मैम। हाँ जी मैम। ਅੱਜ ਦਾ ਲੈਕਚਰ ਬਹੁਤ ਵਧੀਆ ਸੀ ਪਰ ਇਹਦੇ ਨਾਲ ਸਾਰੀਆਂ ਗਿਫਟ ਵੀ ਹੋਣੀਆਂ ਚਾਹੀਦੀਆਂ ਸੀ बिल्कुल बिल्कुल मैनू करो गिफ्ट। मैं तो ਤੁਹਾਡੇ ਵਾਸਤੇ ਲੈ ਕੇ ਆਈ ਹਾਂ ਸਟਾਈਲ। ਬਹੁਤ ਹੀ ਵਧੀਆ ਸੀ ਸਾਰਾ ਜੋ ਸਾੜੀਆਂ ਦੀ ਵੈਰਾਈਟੀ ਔਰ ਮੇਰੀ ਫੇਵਰੇਟ ਹੈ ਕਿਉਂਕਿ ਮੈਂ ਹਰ ਪਾਰਟੀ ਤੇ ਸਾੜੀ ਵੀਅਰ ਕਰਦੀ ਹਾਂ ਨੈਚੁਰਲੀ ਇਹਨਾਂ ਦੇ ਬਿਲਕੁਲ ਵਿੱਚ ਮੈਮ ਇਹ ਉਹਨਾਂ ਲਈ ਹੈ ਜੋ ਸਾੜੀਜ਼ ਨੂੰ ਪਸੰਦ ਕਰਦੇ ਨੇ। ਉਹਨਾਂ ਦਾ ਟ੍ਰੈਂਡ ਹੈ, ਫੈਸ਼ਨ ਹੈ। ਬੱਚੇ ਹੈਂਡ ਰੇਜ਼ ਕਰ ਰਹੇ ਆ। ਮੁਸਕਾਨ, ਸ਼ਿਲਪੀ ਮੈਮ। ਹੈਲੋ ਹੈਲੋ। ਹਾਂਜੀ ਮੈਮ ਬਹੁਤ ਵਧੀਆ ਲੈਕਚਰ ਸੀ ਤੁਹਾਡਾ। ਹਾਂਜੀ ਥੈਂਕ ਯੂ। ਮੇਰੀ ਮੰਮਾ ਨੇ ਵੀ ਨਾਲ ਬੈਠੇ ਉਹ ਬਹੁਤ ਬੜੇ ਧਿਆਨ ਨਾਲ ਉਹ ਸੁਣ ਰਹੇ ਸੀਗੇ ਤੇ ਅਸੀਂ ਜੈਪੁਰ ਜਾਂਦੇ ਰਹਿੰਦੇ ਆ ਤੇ ਮੰਮਾ ਕਹਿੰਦੇ ਹਾਂ ਆਪਾਂ ਇਹ ਜ਼ਰੂਰ ਲੈ ਕੇ ਆਵਾਂਗੇ। ਬਿਲਕੁਲ ਬਿਲकुल ਜ਼ਰੂਰ। ਮੈਨੂੰ ਵੀ ਗਿਫਟ ਕਰ ਦੇਣਾ ਇੱਕ ਅੱਧੀ ਕਿਉਂਕਿ ਮੈਂ ਤਾਂ ਘੱਟ ਹੀ ਘੁੰਮਦੀ ਆ। ਰਮਨਦੀਪ ਔਰ ਸ਼ਿਲਪੀ ਰਾਣੀ ਹੈਂਡ ਰੇਜ਼ ਕਰ ਰਹੇ ਆ। ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ। ਮੈਮ ਥੈਂਕ ਯੂ ਸੋ ਮਚ ਤੁਸੀਂ ਇੰਨਾ ਵਧੀਆ ਲੈਕਚਰ ਦਿੱਤਾ ਜੀ ਬਹੁਤ ਵਧੀਆ ਇਨਫੋਰਮੇਸ਼ਨ ਮਿਲੀ ਜਦੋਂ ਮੈਮ ਹੁਣ ਅਸੀਂ ਵੀ ਚਾਹਾਂਗੇ ਅਸੀਂ ਪੱਕਾ ਲੈ ਕੇ ਆਵਾਂਗੇ ਸਾੜੀ ਬਿਲकुल बिल्कुल ਜ਼ਰੂਰ। ट्रेडिशन पता ਕੀ ਹੈ ਬੱਚੇ ट्रेडिशन ਇੱਕ ਐਸੀ ਚੀਜ਼ ਹੈ ਜਿਹਦੀ ਸਾਨੂੰ ਨੌਲੇਜ ਵੈਸੇ ਹੀ ਹੋਣੀ ਚਾਹੀਦੀ ਹੈ ਕਿ ਉੱਥੇ ਤਾਂ ਕੀ ਹੈ ਕਿ ਅਸੀਂ ਕਿਸੇ ਨੂੰ ਜਦੋਂ ਵੀ ਦੱਸੀਏ ਮੂੰਹ ਜ਼ਬਾਨੀ ਨਹੀਂ ਦੱਸ ਦਈਏ ਕਿ ਅਭੀ ਉੱਥੇ ਦਾ ਤਾਂ ट्रेडिशन ਇਹ ਹੈ ਜਾਓਗੇ ਤਾਂ ਇਹ ਜ਼ਰੂਰ ਖਰੀਦਣਾ ਹੈ ਨਾ। शिल्पी मैम, शिल्पी रानी। हाँ जी हेलो मैम कैसे हो? हाँ जी ਵਧੀਆ। ਵਧੀਆ ਮੈਂ ਸਾੜੀਜ਼ ਵੀਅਰ ਕਰਦੀ ਆ ਤੇ ਇੰਨੀ ਵੈਰਾਈਟੀਜ਼ ਤਾਂ ਮੈਨੂੰ ਵੀ ਨਹੀਂ ਪਤਾ ਸੀ ਜਿੰਨੀਆਂ ਤੁਸੀਂ ਦੱਸਤੀਆਂ। ਮੈਂ ਤੁਹਾਡੇ ਲਈ ਤਾਂ ਲੱਗੀ ਹੈ ਸਪੈਸ਼ਲ ਕਿਉਂਕਿ ਮੈਨੂੰ ਪਤਾ ਸੀ ਤੁਸੀਂ ਪਾਉਂਦੇ ਹੋ ਸਾੜੀ। ਓਕੇ 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 ਬਹੁਤ ਵਧੀਆ ਲੈਕਚਰ ਸੀ ਮੈਮ ਬਹੁਤ ਵਧੀਆ ਸੀ ਸਾੜੀ ਦੀ ਵੈਰਾਈਟੀ ਹੁਣ ਮੈਂ ਇਕੱਠੀ ਕਰ ਸਕਦੀ ਹਾਂ। ਬਿਲਕੁਲ ਬਿਲकुल ਦੇਖੋ 54 ਸਾੜੀਆਂ ਦੱਸੀਆਂ 54 ਤਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਹੋਣੀਆਂ ਚਾਹੀਦੀਆਂ ਹਾਂ ਦੋ ਚਾਰ ਤੁਸੀਂ ਗਿਫਟ ਕਰ ਦੋਗੇ। ਬਿਲकुल ਬਿਲकुल श्योर मैं गई तो जरूर लेके आऊंगी। ओके जी थैंक यू बहुत ਵਧੀਆ ਲੈਕਚਰ। ओके मैम टाइम हो गया जी। ओके सर।